आप लिहो तुम कथा सुधारी। सतनाम श्री वाहिगुरु साहिब जी। दोहरा मत जिन की अनजान है, निंद है मूड गवार। मिल है परस्पर बोलते, कौला को तकरार। वाहिगुरु जी का खालसा वाहिगुरु जी की फतेह। परम सन्मान जो गुरु रूप गुरु खालसा साध संगत जीओ, संध्या ਦੇ ਦੀਵਾਨ ਗੁਰੂ ਮਹਾਰਾਜ ਦੀ ਗੋਦ ਵਿੱਚ ਸਜੇ ਹਨ। ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਧੰਨ ਧੰਨ ਸਤਿਗੁਰੂ ਮਹਾਰਾਜ ਪੰਚਮ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਸ਼ਰਧਾ ਨਾਲ ਸੰਗਤਾਂ ਮਨਾ ਰਹੀਆਂ ਨੇ। ਔਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹਨ। ਸਵੇਰੇ ਭੋਗ ਪੈਣਗੇ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਹੈ, ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹੀ ਹੈ, ਸਤਿਗੁਰੂ ਮਹਾਰਾਜ ਦਾ ਗੁਰਮੰਤਰ ਗੁਰੂ ਨਾਮ ਜਪਿਆ ਹੈ, ਉਹ ਇਸ ਸੰਸਾਰ ਦੇ ਵਿੱਚ ਦੁਬਾਰਾ ਨਹੀਂ ਆਉਣਗੇ। ਉਹਨਾਂ ਦੀ 84 ਕੱਟੀ ਜਾਏਗੀ। ਗਰਭ ਜੂਨੀ ਦੇ ਵਿੱਚ ਗੋਤੇ ਨਹੀਂ ਖਾਣਗੇ। ਇਹ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤੱਖ ਹਰ। ਭੱਟਾਂ ਨੂੰ ਕਿਸੇ ਨੇ ਪੁੱਛਿਆ ਕਿ ਜੇ ਰੱਬ ਵੇਖਣਾ ਹੋਵੇ ਤੇ ਕਿੱਥੇ ਵੇਖੀਏ? ਭੱਟ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਵੇਖ ਲਓ, ਇਹੀ ਰੱਬ ਦਾ ਰੂਪ ਹਨ, ਕੋਈ ਫਰਕ ਨਹੀਂ। ਪ੍ਰਤੱਖ ਸਾਹਮਣੇ ਦਿਸਦੇ ਰੱਬ ਗੁਰੂ ਅਰਜਨ ਦੇਵ ਜੀ ਹਨ, ਜਿਨ੍ਹਾਂ ਨੇ ਤੱਤੀ ਤਵੀ ਤੇ ਬਹਿ ਕੇ ਵੀ ਤੇਰਾ ਕੀਆ ਮੀਠਾ ਲੱਗਾ। ਭਾਣਾ ਮੰਨਣ ਦੀ ਜਿਹੜੀ ਹੱਦ ਹੈ ਨਾ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ। ਅਤੇ ਉੱਥੋਂ ਫਿਰ ਸ਼ਹੀਦਾਂ ਦੀ ਮਹਾਨ ਜਥੇਬੰਦੀ ਖਾਲਸਾ ਪੰਥ ਪੈਦਾ ਹੋਇਆ। ਅੱਜ ਜਿੰਨੇ ਸਾਡੇ ਸ਼ਹੀਦ ਹਨ, ਐਵੇਂ ਨਹੀਂ ਸ਼ਹੀਦ ਹੋਏ। ਇਹਨਾਂ ਸ਼ਹੀਦਾਂ ਦੇ ਸਾਹਮਣੇ ਆਦਰਸ਼ ਆ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਦਾ। ਕਹਿੰਦੇ ਜਦੋਂ ਦਿੱਲੀ ਚਾਂਦਨੀ ਚੌਂਕ ਵਿੱਚ ਦੇਗ ਉਬਾਲੀ ਗਈ, ਭਾਈ ਦਿਆਲੇ ਨੂੰ ਦੇਗ 'ਚ ਬਿਠਾਉਣ ਲੱਗੇ ਅਤੇ ਭਾਈ ਦਿਆਲੇ ਨੇ ਕੀ ਕਿਹਾ ਸੀ? ਕਹਿਣ ਲੱਗੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਵੇਂ ਜਹਾਂਗੀਰ ਦੀ ਦੇਗ 'ਚ ਤੁਸੀਂ ਉਬਲੇ ਸੀ, ਇੱਥੇ ਵੀ ਤੁਸੀਂ ਉਬਲਣਾ। ਮੈਂ ਨਹੀਂ ਕੁਝ ਕਰ ਸਕਦਾ, ਤੁਹਾਡੀ ਕਲਾ ਵਰਤੇਗੀ, ਤੁਹਾਡੀ ਮਿਹਰ ਹੋਵੇਗੀ ਅਤੇ ਤਾਂ ਇਹ ਸਿੱਖੀ ਸਿਦਕ ਨਿਭੇਗਾ। ਅਤੇ ਭਾਈ ਸਾਹਿਬ ਭਾਈ ਦਿਆਲਾ ਜੀ ਦੇਗ 'ਚ ਉਬਲ ਗਏ, ਸ਼ਹੀਦ ਹੋ ਗਏ। ਗੁਰੂ ਅਰਜਨ ਦੇਵ ਜੀ ਸਾਹਮਣੇ ਸਨ। ਭਾਈ ਮਤੀ ਦਾਸ ਆਰੇ ਨਾਲ ਚਿਰ ਗਏ, ਭਾਈ ਸਤੀ ਦਾਸ ਰੂਈ 'ਚ ਲਪੇੜ ਕੇ ਸਾੜੇ ਗਏ, ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ, ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗਈ, ਭਾਈ ਮਤਾਬ ਸਿੰਘ ਨੂੰ ਚਰਖੜੀ ਚਾੜ੍ਹਿਆ ਗਿਆ। ਲੱਖਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਤਸੀਹੇ ਬੜੇ ਅਸਹਿ ਅਤੇ ਅਕਹਿ ਸਨ। ਵਰਤਮਾਨ ਸਮੇਂ ਦੇ ਵਿੱਚ ਵੀ ਬੜੇ ਬੜੇ ਸਿੰਘਾਂ ਨੂੰ ਤਸੀਹੇ ਦਿੱਤੇ ਗਏ, ਪਰ ਕਦੀ ਵੀ ਖਾਲਸਾ ਸ਼ਹੀਦੀ ਪਾਉਣ ਤੋਂ ਡੋਲਿਆ ਨਹੀਂ, ਕਿਉਂਕਿ ਸਾਹਮਣੇ ਗੁਰੂ ਅਰਜਨ ਦੇਵ ਜੀ ਸਨ। ਐਸੇ ਸਤਿਗੁਰੂ ਮਹਾਰਾਜ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸਵੇਰੇ ਸੰਗਤਾਂ ਮਨਾ ਰਹੀਆਂ ਨੇ। ਪਿਛਲੇ ਵੀਕ ਵੀ ਮਨਾਇਆ ਸੀ। ਕਈ ਸੱਜਣ ਕਹਿੰਦੇ ਰੋਜ਼ ਰੋਜ਼ ਮਨਾਉਂਦੇ ਹੋ। ਮੈਂ ਕਿਹਾ ਜਿੰਨੀ ਵਾਰੀ ਮਰਜ਼ੀ ਮਨਾਓ, ਗੁਰੂ ਨੂੰ ਯਾਦ ਹੀ ਕਰਨਾ, ਗੁਰੂ ਦੀ ਸਿਮਰਨ ਕਰਨਾ, ਗੁਰੂ ਦੇ ਚਰਨ ਫੜਨੇ ਆ। ਰੋਜ਼ ਹੀ ਅਸੀਂ ਤਾਂ ਗੁਰੂ ਨੂੰ ਯਾਦ ਕਰਨਾ। ਸਤਿਗੁਰੂ ਤੇ ਸਦਾ ਸਦਾ ਹੀ ਸਾਡੇ ਅੰਗ ਸੰਗ। ਐਵੇਂ ਛੋਟੀਆਂ ਛੋਟੀਆਂ ਸੋਚਾਂ ਨਾ ਰੱਖੋ, ਸੋਚ ਆਪਣੀ ਵਿਸ਼ਾਲ ਕਰੀਏ ਅਤੇ ਗੁਰੂ ਦੇ ਪਿਆਰ ਵਿੱਚ ਆਈਏ। ਕਥਾ ਚੱਲ ਰਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ 6ਵੇਂ ਪਾਤਸ਼ਾਹ ਨੇ
ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਭਗਤੀ ਦੇ ਨਾਲ ਸ਼ਕਤੀ ਜੋੜੀ, ਨਗਾਰੇ, ਨਿਸ਼ਾਨ, ਘੋੜੇ, ਹਥਿਆਰ, ਸ਼ਸਤਰ, ਸ਼ਿਕਾਰ ਖੇਡਣਾ, ਜੰਗੀ ਕਰਤੱਵ ਕਰਨੇ, ਪੈਂਦੇ ਖਾਂ ਵਰਗੇ ਸੂਰਮੇ ਨੂੰ ਪਾਲਿਆ। ਇਹ ਜਿਹੜੀਆਂ ਚੀਜ਼ਾਂ ਸਨ ਆਮ ਲੋਕਾਂ ਨੂੰ ਹਜਮ ਨਹੀਂ ਹੋਈਆਂ। ਕਈ ਲੋਕ ਮੇਰੇ ਵਰਗੇ ਹੁੰਦੇ ਨੇ, ਕਰਨਾ ਕਰਾਉਣਾ ਕੁਝ ਨਹੀਂ, ਗੱਲਾਂ ਦੇ ਨਾਲ ਬੜੇ ਪਹਾੜ ਢਾਉਂਦੇ ਨੇ, ਆਪਣਾ ਫਿਕਰ ਨਹੀਂ ਕਰਦੇ, ਦੂਜੇ ਦਾ ਫਿਕਰ ਕਰਦੇ ਨੇ। ਬ੍ਰਹਮ ਗਿਆਨੀ ਦੇ ਵਿੱਚ ਤੇ ਆਮ ਬੰਦੇ 'ਚ ਫਰਕ ਇਹ ਹੈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਆਪਣੀ ਆਤਮਾ ਤੇ ਹੁੰਦੀ ਹੈ, ਸੰਸਾਰੀ ਬੰਦੇ ਦੀ ਦ੍ਰਿਸ਼ਟੀ ਦੂਜੇ ਦੀ ਕਿਰਿਆ ਤੇ ਹੁੰਦੀ ਹੈ। ਉਹ ਫਲਾਣਾ ਕੀ ਕਰ ਰਿਹਾ, ਉਹ ਵੇਖੋ ਜੀ ਉਹਨੇ ਕੀ ਕਰਤਾ ਜੀ, ਉਹ ਫਲਾਣੇ ਦੇ ਘਰ ਇਹ ਹੋ ਗਿਆ, ਫਲਾਣੇ ਦੇ ਘਰ ਇਹ ਹੋ ਗਿਆ, ਇੱਦਾਂ ਦੀ ਨਿੰਦਾ ਚੁਗਲੀ ਕਰਦੇ ਹੈ। ਪਰ ਖਾਲਸਾ ਜੀ ਸਾਰੀ ਉਮਰ ਲੰਘ ਜਾਂਦੀ, ਪੱਲੇ ਕੱਖ ਨਹੀਂ ਪੈਂਦਾ। ਖਾਲੀ ਹੱਥ ਆਏ, ਖਾਲੀ ਹੱਥ ਚਲੇ ਗਏ। ਸਾਡੇ ਵਰਗਿਆਂ ਦੀ ਤਾਂ ਨਿੰਦਾ ਹੋਣੀ ਹੋਣੀ ਆ, ਗੁਰੂਆਂ ਦੀ ਵੀ ਕਰ ਦਿੰਦੇ। ਗੁਰੂ ਹਰਗੋਬਿੰਦ ਸਾਹਿਬ ਦੀ ਕਿੰਨੀ ਨਿੰਦਾ ਹੋਈ, ਆਪਾਂ ਕੱਲ੍ਹ ਵੀ ਕਥਾ ਸੁਣੀ, ਪਰਸੋਂ ਵੀ ਸੁਣੀ, ਤੇ ਲੜੀਵਾਰ ਅਜੇ ਚੱਲਣੀ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੀ 26ਵੀਂ ਵਾਰ ਦੀ 23ਵੀਂ ਤੇ 24ਵੀਂ ਪੌੜੀ 'ਚ ਸਾਰੀ ਕਹਾਣੀ ਲਿਖੀ ਹੈ। ਕਹਿੰਦੇ ਗੁਰੂ ਸਾਹਿਬ ਬਾਰੇ ਲੋਕ ਉਂਗਲਾਂ ਉਠਾਉਂਦੇ ਸੀ ਕਿ ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਿਡਾਇਆ। ਪਹਿਲੇ ਗੁਰੂ ਦੇ ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ ਸੀ। ਇਹ ਗੁਰੂ ਕਿਹੋ ਜਿਹੇ ਆ ਗਏ ਨੇ, ਇਹ ਕੁੱਤੇ ਰੱਖ ਕੇ ਸ਼ਿਕਾਰ ਖੇਡਣ ਜਾਂਦੇ ਨੇ। ਸ਼ਿਕਾਰੀ ਕੁੱਤੇ ਪਾਲ ਲਏ ਨੇ, ਬਾਜ ਪਾਲ ਲਏ ਨੇ, ਚੀਤੇ ਪਾਲ ਲਏ ਨੇ, ਜੁਰਰੇ ਪਾਲ ਲਏ ਨੇ। ਇੱਕ ਬਾਣੀ ਕਰ ਗੁਣ ਗਾਵਦਾ, ਕਥੇ ਨਾ ਸੁਣੇ ਨਾ ਗਾਵ ਸੁਣਾਇਆ। ਪਾਤਸ਼ਾਹ ਕਰ ਆਮਦੇ, ਗੜ ਚੜਿਆ ਪਾਤਸ਼ਾਹ ਚੜਾਇਆ। ਉਮਤ ਮਹਿਲ ਨਾ ਪਾਉਂਦੀ, ਦੋਖੀ ਦੁਸ਼ਟ ਆਗੂ ਮੂੰਹ ਲਾਇਆ। ਇੱਧਰ ਮਹਾਰਾਜ ਦੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ, ਉੱਧਰ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮਹਾਂਪੁਰਸ਼ਾਂ ਦੇ ਸਾਹਮਣੇ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਨੇ। ਮਹਾਂਪੁਰਸ਼ ਬਣਨਾ ਬੜਾ ਔਖਾ ਹੈ। ਜਿੰਨੀਆਂ ਜ਼ਿਆਦਾ ਮੁਸੀਬਤਾਂ ਆਉਂਦੀਆਂ ਨੇ ਉਨੇ ਹੀ ਮਹਾਨ ਹੁੰਦੇ ਨੇ, ਵੱਡੇ ਹੋਈ ਜਾਂਦੇ ਨੇ। ਜਿੰਨਾ ਜ਼ਿਆਦਾ ਤੂਫਾਨ ਆਏਗਾ, ਬਾਜ ਓਨਾ ਹੀ ਉੱਚਾ ਉੱਡੇਗਾ। ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਚੁਣੌਤੀਆਂ ਕਿੰਨੀਆਂ। ਇੱਕ ਪਾਸੇ ਜ਼ਾਲਮ ਸਰਕਾਰ ਹੈ, ਚੰਦੂ ਵਰਗੇ ਸੁਲ੍ਹੀ ਖਾਨ ਦੇ ਪਰਿਵਾਰ ਦੇ ਲੋਕ, ਚੰਦੂ ਦੇ ਪਰਿਵਾਰ ਦੇ ਲੋਕ ਗੁਰੂ ਘਰ ਦੇ ਵੈਰੀ ਨੇ। ਸੱਕੇ ਤਾਏ ਦਾ ਪੁੱਤਰ ਬਰਾਬਰ ਗੱਦੀ ਲਾਈ ਬੈਠਾ ਹੈ, ਮਿਹਰਬਾਨ। ਇਸ ਤੋਂ ਇਲਾਵਾ ਸਾਧ ਸੰਗਤ ਜੀ, ਜ਼ਾਲਮ ਸਰਕਾਰ ਦੇ ਬੜੇ ਬੜੇ ਅਫਸਰ ਗੁਰੂ ਦੀ ਸ਼ਾਨ ਵੇਖ ਕੇ ਸੜਦੇ ਨੇ। ਉਧਰ ਸਾਡੇ ਵਰਗੇ ਨਾਲੇ ਤਾਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ, ਤੇ ਨਾਲੇ ਗੁਰੂ ਦੀ ਨਿੰਦਾ ਕਰਦੇ ਆ। ਜਦੋਂ ਮਹਾਂਪੁਰਸ਼ ਕਿਸੇ ਕੰਮ ਤੇ ਤੁਰਦੇ ਨਾ, ਉਹਨਾਂ ਨੂੰ ਚਾਰੇ ਪਾਸਿਓਂ ਇੱਦਾਂ ਦੀਆਂ ਸਮੱਸਿਆ ਆਉਂਦੀਆਂ, ਪਰ ਉਹ ਆਪਣਾ ਰਾਹ ਨਹੀਂ ਛੱਡਦੇ, ਤੁਰੇ ਜਾਂਦੇ ਬੇਪਰਵਾਹ ਹੋ ਕੇ। ਜੋ ਮਰਜ਼ੀ ਦੁਨੀਆ ਕਹਿੰਦੀ ਕਹੀ ਜਾਵੇ। ਆਓ ਮਹਾਰਾਜ ਦੀ ਖੇਡ ਸਰਵਣ ਕਰੀਏ ਪ੍ਰੇਮ ਨਾਲ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਮਤ ਜਿਨ ਕੀ ਅਨਜਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਤੋਂ ਜਿਹੜੇ ਅਣਜਾਣ ਹਨ, ਜਿਨ੍ਹਾਂ ਦੀ ਬੁੱਧੀ ਛੋਟੀ ਹੈ। ਮਤ ਜਿਨ ਕੀ ਅਣਜਾਣ ਹੈ, ਜਿਹੜੇ ਗੁਰੂ ਦੀ ਮਤ ਨੂੰ, ਗੁਰੂ ਦੀ ਵਡਿਆਈ ਨੂੰ ਸਮਝ ਨਹੀਂ ਸਕਦੇ। ਨਿੰਦ ਹੈ ਮੂੜ ਗਵਾਰ, ਉਹ ਮੂਰਖ ਗੁਰੂ ਦੀ ਨਿੰਦਾ ਕਰਨ ਲੱਗ ਪਏ ਹਨ। ਮਿਲ ਹੈ ਪਰਸਪਰ ਬੋਲਤੇ, ਆਪਸ ਜਿੱਥੇ ਵੀ ਬਹਿੰਦੇ ਨੇ ਨਿੰਦਕ ਨਿੰਦਾ ਹੀ ਕਰਦੇ ਨੇ। ਕੀ ਗੱਲਾਂ ਕਰਦੇ ਨੇ? ਕੌਲਾਂ ਕੋ ਤਕਰਾਰ। ਹੋਰ ਤੇ ਕੋਈ ਗੱਲ ਨਹੀਂ ਆਉਂਦੀ, ਮਾਤਾ ਕੌਲਾਂ ਦਾ ਕਿੱਸਾ ਛੇੜ ਲੈਂਦੇ। ਕਹਿੰਦੇ ਇਹ ਕਾਜੀ ਦੀ ਕੁੜੀ ਹੈ, ਮੁਸਲਮਾਨਾਂ ਦੀ ਕੁੜੀ ਹੈ, ਗੁਰੂ ਘਰ 'ਚ ਕਿਉਂ ਆ ਗਈ ਹੈ? ਇਹਨੂੰ ਕਿਉਂ ਪਨਾਹ ਦਿੱਤੀ ਗੁਰੂ ਘਰ ਦੇ ਵਿੱਚ? ਜਦੋਂ ਵੀ ਬਹਿੰਦੇ ਨੇ ਨਿੰਦਕ ਉਸੇ ਕਿੱਸੇ ਨੂੰ ਛੇੜਦੇ ਨੇ। ਚੌਪਈ ਸ੍ਰੀ ਗੁਰੂ ਰਾਮਦਾਸ ਵਡਿਆਈ। ਕਹਿੰਦੇ ਨੇ ਗੁਰੂ ਰਾਮਦਾਸ ਦੀ ਬੜੀ ਵਡਿਆਈ ਸੀ, ਬੜੀ ਉਸਤਤ ਸੀ, ਬੜੀ ਮਹਿਮਾ ਸੀ। ਐਸਾ ਵੀ ਵਿਦਵਾਨਾਂ ਨੇ ਕਈ ਗੱਲਾਂ ਦੀ ਸਮਾਨਤਾਵਾਂ ਕੀਤੀਆਂ। 10 ਪਾਤਸ਼ਾਹੀਆਂ ਵਿੱਚੋਂ ਸਭ ਤੋਂ ਜ਼ਿਆਦਾ ਵਡਿਆਈ ਸ੍ਰੀ ਗੁਰੂ ਰਾਮਦਾਸ ਜੀ ਦੀ ਹੋਈ ਹੈ। ਆਖੋ ਸ੍ਰੀ ਵਾਹਿਗੁਰੂ। ਸਭ ਤੋਂ ਜ਼ਿਆਦਾ ਜੇ ਧੰਨ ਧੰਨ ਹੋਈ ਹੈ ਨਾ,
ਅੱਜ ਵੀ ਹੋ ਰਿਹਾ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਹਰ ਇੱਕ ਬੰਦੇ ਦੇ ਮੂੰਹ ਤੋਂ ਅੱਜ ਤੱਕ ਨਿਕਲਦਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਗੁਰੂ ਮਹਾਰਾਜ ਦੀ ਬਾਣੀ ਵਿੱਚ ਭੱਟਾਂ ਦੇ ਸਵਈਆਂ 'ਚ ਵੀ ਸਭ ਤੋਂ ਜ਼ਿਆਦਾ ਸਵਈਏ ਕਿਹਦੇ ਨੇ? ਸਵਈਏ ਮਹੱਲੇ ਚੌਥੇ ਕੇ। ਗੁਰੂ ਰਾਮਦਾਸ ਜੀ ਦੀ ਵਡਿਆਈ ਦੇ ਸਵਈਏ ਸਭ ਤੋਂ ਜ਼ਿਆਦਾ ਨੇ ਭੱਟਾਂ ਦੇ ਸਵਈਆਂ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਤੇ ਸੱਤੇ ਬਲਵੰਡੇ ਨੇ ਵੀ ਲਿਖਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਭਾਈ ਨੰਦ ਲਾਲ ਜੀ ਨੇ ਵੀ ਵਡਿਆਈ ਕੀਤੀ ਗੁਰੂ ਰਾਮਦਾਸ ਜੀ ਦੀ। ਸਾਰੇ ਕਵੀਆਂ ਨੇ ਕੀਤੀ ਹੈ, ਮਹਾਂਪੁਰਸ਼ਾਂ ਨੇ ਕੀਤੀ ਹੈ। ਹਰ ਬੱਚੇ ਦੇ ਮੂੰਹ ਤੋਂ ਜਦੋਂ ਅੰਮ੍ਰਿਤਸਰ ਜਾਈਦਾ ਹਰਿਮੰਦਰ ਸਾਹਿਬ, ਭਾਵੇਂ ਕੋਈ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ ਹੋਵੇ, ਮੂੰਹ ਤੋਂ ਨਿਕਲਦਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇਸ ਕਰਕੇ ਦਸਾਂ ਪਾਤਸ਼ਾਹੀਆਂ 'ਚੋਂ ਸਭ ਤੋਂ ਜ਼ਿਆਦਾ ਵਡਿਆਈ ਜਿਹੜੀ ਹੋਈ ਹੈ ਉਹ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਹੋਈ ਹੈ। ਰਹਿ ਵਿਰਾਗ ਨਿਤ ਦ੍ਰਿਗ ਜਲ ਜਾਈ, ਕਿਉਂਕਿ ਗੁਰੂ ਰਾਮਦਾਸ ਜੀ ਵਿਰਾਗ ਦੀ ਮੂਰਤੀ ਸਨ। ਬਹੁਤ ਸੋਹਣਾ ਚਿਹਰਾ, ਸੁੰਦਰ, ਜਾਹੋ ਜਲਾਲ ਭਰਿਆ ਹੋਇਆ ਸਰੀਰ, ਸੁੰਦਰ, ਦਾੜਾ ਬੜਾ ਲੰਮਾ ਤੇ ਬੜਾ ਸੁੰਦਰ ਸੀਗਾ। ਤੇ ਅੱਖਾਂ ਵਿੱਚੋਂ ਹਰ ਵੇਲੇ ਨਾ ਮੈਂ ਨੀਰ ਵਹੇ ਵਹਿ ਚੱਲੇ ਜੀਓ, ਅੱਖਾਂ ਵਿੱਚੋਂ ਹੰਝੂ ਜਿਹੜੇ ਸੀ ਨਾ ਵਗਦੇ ਹੀ ਰਹਿੰਦੇ ਸੀ। ਉਹਨਾਂ ਦਾ ਜਿਹੜਾ ਹਜੂਰੀਆ ਸੀ ਉਹ ਗਿੱਲਾ ਰਹਿੰਦਾ ਸੀ। ਹਰ ਵੇਲੇ ਉਹ ਗੁਰੂ ਅਮਰਦਾਸ ਜੀ ਨੂੰ ਯਾਦ ਕਰਦੇ ਹੁੰਦੇ ਸੀ। ਕਹਿੰਦੇ ਹੁੰਦੇ ਸੀ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਆਪਣੇ ਗੁਰੂ ਨੂੰ ਯਾਦ ਕਰਦੇ ਰਹਿਣਾ ਤੇ ਉਹਨਾਂ ਦੀਆਂ ਅੱਖਾਂ 'ਚ ਹਰ ਵੇਲੇ ਵਿਰਾਗ ਦਾ ਜਲ ਚੱਲਦਾ ਰਹਿੰਦਾ ਸੀ। ਇੱਕ ਰਸ ਬਿਰਤੀ ਸਦਾ ਚਿਤ ਸ਼ਾਂਤੀ, ਇੱਕ ਰਸ ਬਿਰਤੀ ਸੀ, ਚਿਤ ਸ਼ਾਂਤ ਸੀ। ਪੂਰੇ 22 ਸਾਲ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਕੀਤੀ ਸੀ। ਇੱਕ ਦਿਨ ਸੇਵਾ ਕਰੀਏ ਨਾ ਤੇ ਆਪਾਂ ਥੱਕ ਜਾਂਦੇ ਹਾਂ, ਉਹ 22 ਸਾਲ ਨਹੀਂ ਥੱਕੇ। ਗੁਰੂ ਸਾਹਿਬ ਦੀ ਸੇਵਾ ਦਿਨ ਰਾਤ ਖੜੇ ਕਰੇ ਹਰ ਚਾਕਰੀ। ਫਿਰ ਸੇਵਾ ਵੀ ਜਵਾਈ ਹੋ ਕੇ ਸੇਵਾ ਕਰਨੀ, ਸਹੁਰਿਆਂ ਦੇ ਘਰ ਰਹਿਣਾ, ਲੋਕਾਂ ਦੇ ਬੋਲ ਕਬੋਲ ਸਹਿਣੇ, ਉਹਦੀ ਪਰਵਾਹ ਨਹੀਂ ਕੀਤੀ। ਦੁਨੀਆ ਚੰਗਾ ਕਹਿੰਦੀ ਮਾੜਾ ਕਹਿੰਦੀ ਉਹ ਨਹੀਂ ਸੋਚਿਆ, ਬਸ ਸੇਵਾ ਹੀ ਕੀਤੀ। ਤੇ ਸਤਿਗੁਰੂ ਰਾਮਦਾਸ ਜੀ ਮਹਾਰਾਜ 7 ਸਾਲ ਗੁਰਤਾ ਗੱਦੀ ਤੇ ਵੀ ਰਹੇ। 22 ਸਾਲ ਸੇਵਾ ਕੀਤੀ, ਫਿਰ ਗੁਰੂ ਬਣੇ। 7 ਸਾਲ ਗੁਰਤਾ ਗੱਦੀ ਨੂੰ ਭਾਗ ਲਾਏ ਤੇ ਉਦੋਂ ਵੀ ਵਿਰਾਗ ਵਿੱਚ ਹੀ ਰਹੇ। ਹਾਂਜੀ, ਜਿਨ ਕੇ ਮੋਹ ਨਾ ਮਾਇਆ ਤਾਤੀ, ਧੰਨ ਗੁਰੂ ਰਾਮਦਾਸ ਜੀ ਦੇ ਮਨ ਵਿੱਚ ਨਾ ਮੋਹ ਸੀ ਨਾ ਮਾਇਆ ਸੀ। ਤੱਤੀ ਮਾਇਆ ਸੰਸਾਰ ਦੀ ਨੇੜੇ ਨਹੀਂ ਆਣ ਦਿੱਤੀ। ਕੋਈ ਮੋਹ ਮਾਇਆ ਤੋਂ ਇੰਨਾ ਨਿਰਲੇਪ ਹੋ ਨਹੀਂ ਸਕਦਾ ਜਿੰਨੇ ਗੁਰੂ ਰਾਮਦਾਸ ਜੀ ਨਿਰਲੇਪ ਰਹੇ ਹਨ। ਸਤ ਸੰਗਤ ਕਰਤੇ ਦਿਨ ਬੀਤੇ, ਸਾਰੀ ਜ਼ਿੰਦਗੀ ਸਤ ਸੰਗ ਕਰਦਿਆਂ ਬੀਤੀ। ਪਹਿਲਾਂ ਜਦੋਂ ਗੋਇੰਦਵਾਲ ਸਾਹਿਬ ਸੇਵਾ ਕਰਦੇ ਸੀ ਨਾ, ਸਭ ਤੋਂ ਪਹਿਲਾਂ ਉੱਠਣਾ ਅੰਮ੍ਰਿਤ ਵੇਲੇ, ਤੇ ਜੇ ਬੌਲੀ ਸਾਹਿਬ ਦੀਆਂ ਜਿਹੜੀਆਂ ਕਈਆਂ ਤੇ ਟੋਕਰੀਆਂ ਨਾ, ਉਹ ਕੋਈ ਕੋਠੜੀ 'ਚ ਰੱਖ ਸਾਂਭ ਕੇ ਰੱਖੀਆਂ ਹੁੰਦੀਆਂ ਸੀ ਰਾਤ ਦੀਆਂ। ਆਪ ਇਸ਼ਨਾਨ ਕਰਕੇ ਨਿਤਨੇਮ ਕਰਕੇ ਤੇ ਸਭ ਤੋਂ ਪਹਿਲਾਂ ਉਹ ਕੋਠੜੀ ਖੋਲ੍ਹਣੀ। ਕਈਆਂ ਬਾਟੇ ਤਸਲੇ ਜਿਹਨੂੰ ਕਹਿੰਦੇ ਆ, ਉਹ ਕੱਢ ਕੇ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨੂੰ ਆਪਣੇ ਹੱਥੀਂ ਵੰਡਣੇ। ਫਿਰ ਇੱਕ ਕਹੀ ਆਪ ਫੜ ਲੈਣੀ, ਕਦੀ ਕਹੀ ਨਾਲ ਮਿੱਟੀ ਪੁੱਟਣੀ, ਤੇ ਕਦੀ ਬੌਲੀ ਸਾਹਿਬ ਵਿੱਚੋਂ ਟੋਕਰੀ ਨਾਲ ਮਿੱਟੀ ਪਾ ਕੇ ਬਾਹਰ ਸੁੱਟਣੀ। ਤੇ ਇਹ ਸੇਵਾ ਬੜੀ ਤਗੜੀ ਸੀ। ਸ਼ਾਮ 8-7 ਵਜੇ ਤੱਕ, ਜਿੰਨਾ ਚਿਰ ਦਿਨ ਨਹੀਂ ਸੀ ਛਿਪਦਾ, ਸਾਰਾ ਦਿਨ ਇਹ ਸੇਵਾ ਕਰਨੀ। ਸੇਵਾ ਕਰਨ ਤੋਂ ਬਾਅਦ ਸਾਰੀਆਂ ਸੰਗਤਾਂ ਤੇ ਆਪਣੇ ਆਪਣੇ ਕੰਮ ਤੇ ਆਪਣੇ ਆਸਣਾਂ ਤੇ ਚਲੀ ਜਾਂਦੀਆਂ। ਉਹਨਾਂ ਦੀਆਂ ਟੋਕਰੀਆਂ ਸਾਰੀਆਂ ਇਕੱਠੀਆਂ ਕਰ ਕਰਕੇ ਉਸ ਕੋਠੜੀ 'ਚ ਰੱਖਣੀਆਂ, ਨਾਲ ਕਈਆਂ ਸਾਰੀਆਂ ਸਾਂਭ ਕੇ ਉਸ ਕੋਠੜੀ 'ਚ ਰੱਖਣੀਆਂ। ਫਿਰ ਉਹਨੂੰ ਕੁੰਡੀ ਲਾ ਦੇਣੀ, ਸਵੇਰੇ ਆ ਕੇ ਉਹ ਕੁੰਡੀ ਖੋਲ੍ਹਣੀ, ਤੇ ਦਿਨ ਰਾਤ ਇਸ ਤਰ੍ਹਾਂ ਜ਼ਿੰਦਗੀ ਸਾਰੀ ਗੁਰੂ ਸਾਹਿਬ ਦੀਆਂ ਸੇਵਾਵਾਂ ਜਿੱਥੇ ਜਿੱਥੇ ਵੀ ਸਨ ਸ੍ਰੀ ਗੁਰੂ ਰਾਮਦਾਸ ਜੀ ਕਰਦੇ। ਫਿਰ ਜਿੰਨੇ ਵੀ ਗੁਰੂ ਘਰ ਦੇ ਸਿੱਖ ਸੀ, ਭਾਈ ਪਾਰੋ ਜੀ, ਭਾਈ ਬੱਲੂ ਜੀ, ਭਾਈ ਲਾਲੋ ਜੀ, ਭਾਈ ਜੀਵਾ ਜੀ, ਭਾਈ ਧਿੰਗਾ ਨਾਈ ਜੀ, ਇਹੋ ਜਿਹੇ ਬ੍ਰਹਮ ਗਿਆਨੀ ਸਨ, ਉਹਨਾਂ ਦੇ ਨਾ ਚਰਨਾਂ ਦੀ ਧੂੜ ਬਣ ਕੇ ਰਹਿਣਾ।
ਇਹ ਨਹੀਂ ਕਹਿਣਾ ਵੀ ਇਹ ਮੈਂ ਇਹਨਾਂ ਤੋਂ ਵੱਡਾ ਹਾਂ, ਨਾ, ਇਹ ਸਿੱਖ ਮੇਰੇ ਤੋਂ ਵੱਡੇ ਹੈ। ਸਾਰਿਆਂ ਨੂੰ, ਬਾਬਾ ਮੋਹਰੀ ਜੀ ਨੂੰ, ਬਾਬਾ ਮੋਹਨ ਜੀ ਨੂੰ, ਕਿਸੇ ਨੂੰ ਵੀ ਜਵਾਬ ਨਹੀਂ ਦੇਣਾ। ਆਪ ਸਾਰਿਆਂ ਤੋਂ ਨੀਵੇਂ ਬਣ ਕੇ ਰਹੇ ਧੰਨ ਗੁਰੂ ਰਾਮਦਾਸ ਜੀ। ਤੇ ਫਿਰ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਫਿਰ ਵੀ ਗੁਰਸਿੱਖਾਂ ਦਾ ਸਤਿਕਾਰ ਨਹੀਂ ਛੱਡਿਆ, ਅਦਬ ਰੱਖਿਆ ਬਾਬਾ ਬੁੱਢਾ ਜੀ ਦਾ। ਬਾਬਾ ਸ੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਆਏ ਮਿਲਣ ਵਾਸਤੇ, ਤੇ ਬੀਬੀ ਭਾਨੀ ਜੀ ਉਹਨਾਂ ਨੂੰ ਗੁਰੂ ਰਾਮਦਾਸ ਕਹਿੰਦੇ ਤੁਸੀਂ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਣਾ। ਸਤਿਗੁਰਾਂ ਦੇ ਵੱਡੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਆ ਰਹੇ ਨੇ ਤੇ ਅਸੀਂ ਉਹਨਾਂ ਨੂੰ ਲੈਣ ਚੱਲੇ। ਅੱਗੋਂ 2-3 ਮੀਲ ਅੱਗੋਂ ਦੀ ਲੈਣ ਗਏ ਬਾਬਾ ਸ੍ਰੀ ਚੰਦ ਜੀ ਨੂੰ, ਜਾ ਕੇ ਚਰਨਾਂ 'ਚ ਨਮਸਕਾਰ ਕੀਤੀ ਤੇ ਉਹਨਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਕਹਿੰਦੇ ਨਾਲ ਲਿਆਏ। ਤੇ ਬਾਬਾ ਜੀ ਪਰਖਣ ਵਾਸਤੇ ਕਹਿੰਦੇ ਪੁਰਖਾ ਦਾੜਾ ਬੜਾ ਵੱਡਾ ਰੱਖਿਆ ਹੋਇਆ। ਕਹਿਣ ਲੱਗੇ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਰੱਖਿਆ ਹੋਇਆ। ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਬਸ ਇਹੀ ਗੱਲਾਂ ਕਰਕੇ ਤਾਂ ਤੁਸੀਂ ਵੱਡੇ ਹੋ, ਤੁਹਾਡੀ ਇਹ ਨਿਮਰਤਾ ਹੀ ਹੈ ਜਿਹੜੀ ਤੁਸੀਂ ਇਸ ਮਹਾਨ ਗੱਦੀ ਤੇ ਪਹੁੰਚ ਗਏ। ਸੋ ਗੁਰੂ ਰਾਮਦਾਸ ਮਹਾਰਾਜ ਇਹੋ ਜਿਹੇ ਸਨ ਸਾਧ ਸੰਗਤ ਜੀ। ਹਾਂਜੀ, ਬੈਠ ਹੈ ਸ਼ਬਦ ਸੰਗ ਚਿਤ ਪ੍ਰੀਤੇ। ਤੇ ਜਦੋਂ ਕੀਰਤਨ 'ਚ ਬਹਿ ਗਏ ਨਾ, ਫਿਰ ਭਾਵੇਂ ਦਿਨ ਬੀਤ ਜਾਏ ਭਾਵੇਂ ਰਾਤ ਬੀਤ ਜਾਏ, ਚੌਂਕੜੇ ਲੱਗੇ ਤੇ ਫਿਰ ਲਗਾਤਾਰ ਕੀਰਤਨ ਹੀ ਸੁਣੀ ਜਾਣਾ, ਬਾਣੀ 'ਚ ਹੀ ਰਹਿਣਾ। ਇਹ ਨਹੀਂ ਵੀ 10-20 ਮਿੰਟ ਅੱਧਾ ਘੰਟਾ ਕਥਾ ਕੀਰਤਨ ਆਪਾਂ ਸੁਣਦੇ ਹਾਂ ਤੇ ਗੋਡੇ ਇੱਧਰ 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 ਇੱਧਰ, ਸਾਡੇ ਕੋਲ ਚੌਂਕੜਾ ਹੀ ਨਹੀਂ ਵੱਜਦਾ। ਤੇ ਗੁਰੂ ਸੱਚੇ ਪਾਤਸ਼ਾਹ ਜਿਉਂ ਬੈਠਣਾ ਸਾਰਾ ਦਿਨ ਕੀਰਤਨ ਹੀ ਸੁਣੀ ਜਾਣਾ, ਸ਼ਬਦ ਨਾਲ ਪ੍ਰੀਤ ਹੋ ਗਈ ਸੀ। ਜਾਗ ਹੈ ਜਾਮਨ ਕੇ ਜੁਗ ਜਾਮ। ਅੰਮ੍ਰਿਤ ਵੇਲੇ 2 ਪਹਿਰ ਰਾਤ ਰਹਿੰਦੀ ਜਾਗ ਪੈਣਾ। ਵੈਸੇ ਤਾਂ 1.25 ਪਹਿਰ ਰਾਤ ਰਹਿੰਦੀ ਜਾਗਦੇ ਨੇ ਗੁਰਸਿੱਖ, 2-2:30 ਵਜੇ। ਸਤਿਗੁਰੂ ਰਾਮਦਾਸ ਜੀ 12-1 ਵਜੇ ਜਾਗ ਪੈਣਾ। ਸਭ ਤੋਂ ਪਹਿਲਾਂ ਜਾਗਣਾ। ਤੇ ਜਿਹੜੇ ਗੁਰਸਿੱਖਾਂ ਨੇ ਇਸ਼ਨਾਨ ਪਾਣੀ ਕਰਨਾ ਹੁੰਦਾ ਸੀ ਉਹਨਾਂ ਲਈ ਪਾਣੀ ਗਰਮ ਕਰ ਦੇਣਾ। ਕਿਸੇ ਨੂੰ ਕੋਈ ਸੇਵਾ ਹੋਵੇ ਉਹਦੀ ਜਾ ਕੇ ਸੇਵਾ ਕਰਨੀ, ਆਪਣੇ ਹੱਥੀਂ ਇਸ਼ਨਾਨ ਕਰਾਉਂਦੇ ਸੀ ਸਿੱਖਾਂ ਨੂੰ। ਹਾਂਜੀ, ਤਬ ਸਤ ਸੰਗ ਹੋਤ ਅਬਿਰਾਮ। ਤੇ ਫਿਰ ਸਤਸੰਗ ਹੀ ਹੁੰਦਾ ਸੀ ਉਦੋਂ ਕੋਈ ਦੁਨਿਆਵੀ ਗੱਲ ਨਹੀਂ ਸੀ ਹੁੰਦੀ। ਸ੍ਰੀ ਗੋਇੰਦਵਾਲ ਸਾਹਿਬ ਸੱਚਖੰਡ ਬਣਿਆ ਹੋਇਆ ਸੀ। ਹਾਂਜੀ, ਤਿੰਨ ਕੇ ਸੁਤ ਸ੍ਰੀ ਅਰਜਨ ਭਏ। ਤੇ ਫਿਰ ਗੁਰੂ ਰਾਮਦਾਸ ਜੀ ਦੇ ਪੁੱਤਰ ਹੋਏ ਗੁਰੂ ਅਰਜਨ ਦੇਵ ਜੀ, 5ਵੇਂ ਪਾਤਸ਼ਾਹ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। ਸਾਰੇ ਭਾਈ ਰਸਨਾ ਨੂੰ ਪਵਿੱਤਰ ਕਰੋ। ਮਹਾਰਾਜ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰੀਏ। ਜਪਿਓ ਜਨ ਅਰਜਨ ਦੇਵ ਗੁਰੂ, ਜਪਿਓ ਜਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਸੰਕਟ ਜੋਨ ਗਰਭ ਨਾ ਆਇਓ। ਜੋਨ ਗਰਭ ਨਾ ਆਇਓ, ਸੰਕਟ ਜੋਨ ਗਰਭ ਨਾ ਆਇਓ। ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਉਹਨਾਂ ਨੂੰ ਯਾਦ ਕਰੇਗਾ, ਮੁੜ ਕੇ ਗਰਭ ਜੂਨੀ ਵਿੱਚ 84 ਲੱਖ ਜੂਨਾਂ 'ਚ ਨਹੀਂ ਆਏਗਾ। ਇਹ ਗੁਰਬਾਣੀ ਦਾ ਫੈਸਲਾ ਹੈ। ਹਾਂਜੀ, ਗੁਣ ਗਨ ਪਿਖ ਗੁਰ ਗਾਦੀ ਦੇ। ਸਤਿਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਗੁਣਾਂ ਕਰਕੇ ਗੁਰਤਾ ਮਿਲੀ। 2 ਵੱਡੇ ਭਰਾ ਵੀ ਸਨ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਜੀ। ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਹੁਕਮ ਨਹੀਂ ਮੰਨ ਸਕੇ, ਉਸ ਖੇਡ ਨੂੰ ਨਹੀਂ ਸਮਝ ਸਕੇ ਜਿਹੜੀ ਗੁਰੂ ਬਣਨ ਵਾਸਤੇ ਜ਼ਰੂਰੀ ਹੁੰਦੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਤੇ ਸਤਿਗੁਰੂ ਅਰਜਨ ਦੇਵ ਜੀ ਨੇ ਹੁਕਮ ਮੰਨ ਲਿਆ। ਤਿਨਹੁ ਕਰੇ ਜੇਤਿਕ ਉਪਕਾਰ। ਤੇ ਸਤਿਗੁਰੂ ਅਰਜਨ ਦੇਵ ਜੀ ਨੇ ਗੱਦੀ ਤੇ ਬਹਿ ਕੇ 25 ਸਾਲ, ਆਖੋ ਸ੍ਰੀ ਵਾਹਿਗੁਰੂ, ਸਨ 1581 ਤੋਂ 1606 ਤੱਕ। ਕਿੰਨੇ ਸਾਲ ਬਣਦੇ ਨੇ? 81 ਤੋਂ 6 ਤੱਕ 25 ਸਾਲ ਇਹ ਮਹਾਰਾਜ ਗੱਦੀ ਤੇ ਰਹੇ, 5ਵੇਂ ਪਾਤਸ਼ਾਹ। ਹਾਂਜੀ, ਛਪੇ ਨਹੀਂ ਬਿਦਤੇ ਸੰਸਾਰ। ਮਹਾਰਾਜ ਇੰਨੇ ਪ੍ਰਸਿੱਧ ਹੋਏ ਗੁਰੂ ਅਰਜਨ ਦੇਵ ਜੀ, ਦੇਸ਼ਾਂ ਵਿਦੇਸ਼ਾਂ ਵਿੱਚ ਇੰਨੀ ਉਹਨਾਂ ਦੀ ਮਹਿਮਾ ਹੋਈ ਵੀ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ, ਛੁਪੇ ਨਹੀਂ। ਸ੍ਰੀ ਅੰਮ੍ਰਿਤਸਰ ਰਹੇ ਬਨਾਵਤ। ਸਾਰਾ ਜੀਵਨ ਸੇਵਾ ਚ ਲਾਤਾ।
ਸ੍ਰੀ ਗੁਰੂ ਰਾਮਦਾਸ ਜੀ ਦਾ ਸਰੋਵਰ ਸ਼ੁਰੂ ਕੀਤਾ, ਪੂਰਾ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਤੇ ਗੁਰੂ ਰਾਮਦਾਸ ਜੀ ਨੂੰ ਹੁਕਮ ਲਾਇਆ ਸੀ ਵੀ ਤੁਸੀਂ ਸਰੋਵਰ ਬਣਾਓ। ਗੁਰੂ ਰਾਮਦਾਸ ਜੀ ਸ਼ੁਰੂ ਕਰਾਤਾ ਸੀ, ਪੂਰਾ ਗੁਰੂ ਅਰਜਨ ਦੇਵ ਜੀ ਨੇ ਕੀਤਾ। ਤੀਜੇ ਪਾਤਸ਼ਾਹ ਤੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ, ਪੰਜਵੇਂ ਦੇ ਪੂਰਨ ਹੋਇਆ। ਮਹਾਰਾਜ ਸਾਹਿਬ ਜੀ ਸਾਰਾ ਜੀਵਨ ਸ੍ਰੀ ਅੰਮ੍ਰਿਤਸਰ ਨੂੰ ਬਣਾਇਆ, ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਹਾਂਜੀ, ਬਹੁਰੋ ਤਾਰਨ ਤਰਨ ਸੁਹਾਵਤ। ਫਿਰ 1,57,000 ਰੁਪਈਆ ਖਰਚ ਕੇ ਤਰਨ ਤਾਰਨ ਸਾਹਿਬ ਦੀ ਕਈ ਪਿੰਡਾਂ ਦੀ ਜ਼ਮੀਨ ਖਰੀਦ ਕੇ ਉਹਦੇ ਵਿੱਚ ਮਹਾਰਾਜ ਨੇ ਮਹਾਨ ਸਰੋਵਰ ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਰਚਨਾ ਕੀਤੀ। ਸ੍ਰੀ ਗ੍ਰੰਥ ਸਾਹਿਬ ਗੁਰ ਕਰਿਓ। ਫਿਰ ਇੱਥੇ ਹੀ ਬਸ ਨਹੀਂ, ਸਭ ਤੋਂ ਵੱਡਾ ਕੰਮ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕੀਤਾ, ਜਿਹਦੀ ਦੁਨੀਆ ਦੇ ਕੋਈ ਮਿਸਾਲ ਨਹੀਂ ਮਿਲਦੀ, ਕਿਤੇ ਕਿਸੇ ਧਰਮ 'ਚ ਵੀ ਨਹੀਂ ਮਿਲਦੀ, ਉਹ ਕੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਤਿਆਰ ਕੀਤਾ, ਬਾਣੀ ਇਕੱਠੀ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਹਾਜ਼ ਬਣਾਤਾ ਸਾਨੂੰ ਭਵ ਸਾਗਰ ਤੋਂ ਲੰਘਣ ਲਈ। ਸ਼ੁਕਰ 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 ਕਰੀ ਜਾਈਏ ਨਾ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਦਾ, ਰੋਮ ਰੋਮ ਕਰਕੇ, ਤਾਂ ਵੀ ਨਹੀਂ ਆਪਾਂ ਸ਼ੁਕਰਗੁਜ਼ਾਰ ਹੋ ਸਕਦੇ। ਉਹਨਾਂ ਨੇ ਸਾਡੇ ਤੇ ਐਡਾ ਪਰਉਪਕਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇਕੱਠੀ ਕੀਤੀ ਹੈ। ਮਨਹੁ ਸ਼੍ਰੇਯ ਕੋ ਮੰਦਰ ਭਰਿਓ। ਇਹ ਮੁਕਤੀ ਦਾ, ਕਲਿਆਣ ਦਾ ਘਰ ਹੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ ਨਾ। ਦਰਸ਼ ਬਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨਮਾਂਤਰ ਕੇ ਪੁਨ ਰੂਪ ਧਾਰਤੇ। ਮਹਾ ਵਿਦਵਾਨ ਪੰਡਿਤ ਨਿਹਾਲ ਸਿੰਘ ਜੀ ਮਹਾਂਪੁਰਸ਼ਾਂ ਨੇ ਬਚਨ ਲਿਖੇ ਨੇ, ਕਹਿੰਦੇ ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਉਹ ਜਨਮਾਂ ਜਨਮਾਂ ਦੇ ਪਾਪ ਪੁੰਨਾਂ ਦੇ ਰੂਪ 'ਚ ਕਨਵਰਟ ਹੋ ਜਾਂਦੇ ਆ। ਕੀਤੇ ਹੁਣ ਪਾਪ ਹੋਣ ਤੇ ਕੋਲੇ ਤੇ ਬਣ ਜਾਣ ਹੀਰੇ, ਹੁਣ ਠੀਕਰੀਆਂ ਬਣ ਜਾਣ ਮੋਹਰਾਂ। ਇੱਦਾਂ ਵੀ ਹੋ ਸਕਦਾ? ਕਹਿੰਦੇ ਹਾਂ ਹੋ ਸਕਦਾ। ਕੀਤੇ ਹੁਣ ਪਾਪ, ਗੁਰੂ ਅਰਜਨ ਦੇਵ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ, ਉਹ ਪਾਪ ਪੁੰਨਾਂ ਦੇ ਰੂਪ 'ਚ ਬਦਲ ਜਾਣਗੇ, ਪੁੰਨ ਬਣ ਜਾਣਗੇ। ਹੋਰ ਕੀ ਚਾਹੀਦਾ ਜੇ? ਐਸੇ ਸਤਿਗੁਰੂ ਦੇ ਚਰਨ 'ਚ ਬੈਠੇ ਆਪਾਂ ਗੁਰੂ ਗ੍ਰੰਥ ਸਾਹਿਬ। ਸਾਧ ਸੰਗਤ ਜੀ, ਸਾਨੂੰ ਕਦਰ ਕੋਈ ਨਹੀਂ, ਸਾਨੂੰ ਦਰਸ਼ਨ ਰੋਜ਼ ਹੁੰਦੇ, ਰੋਜ਼ ਕਰਦੇ ਕੋਈ ਨਹੀਂ, ਪਾਪੀ ਬੰਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕੰਮ ਤੇ ਜਾਓ, ਹਰ ਮੋਰਚਾ ਫਤਿਹ ਹੋਵੇ। ਅਰਦਾਸ ਕਰਿਆ ਕਰੀਏ ਰੋਜ਼ ਦਰਸ਼ਨ ਹੋਣ, ਸਵੇਰ ਵੇਲੇ ਦਰਸ਼ਨ ਹੋਣ, ਸ਼ਾਮ ਵੇਲੇ ਦਰਸ਼ਨ ਹੋਣ, ਹਰ ਵੇਲੇ ਦਰਸ਼ਨ ਹੋਣ ਗੁਰੂ ਗ੍ਰੰਥ ਸਾਹਿਬ ਦੇ। ਐਸੀ ਮਹਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਹਨੇ ਦਿੱਤਾ ਸਾਨੂੰ? ਗੁਰੂ ਅਰਜਨ ਦੇਵ ਜੀ ਨੇ। ਹਾਂਜੀ, ਜਬ ਲੋ ਤਨ ਕੀ ਥਿਰਤਾ ਲਹੇ। ਜਿੰਨਾ ਚਿਰ ਸਰੀਰ 'ਚ ਰਹੇ, 25 ਸਾਲ ਗੁਰਤਾ ਗੱਦੀ ਤੇ ਰਹੇ, 18 ਸਾਲਾਂ ਦੀ ਉਮਰ 'ਚ ਗੁਰੂ ਬਣੇ ਸੀ। ਕਿੰਨੀ ਕੁੱਲ ਉਮਰ ਸੀ? 43 ਸਾਲ। 43 ਸਾਲ ਉਮਰ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਦੀ। 43 ਸਾਲ ਦੀ ਉਮਰ 'ਚ ਸ਼ਹੀਦੀ ਪਾਈ ਹੈ। ਤੇ ਜਿੰਨਾ ਚਿਰ ਗੱਦੀ ਤੇ ਰਹੇ ਹਨ ਪੰਜਵੇਂ ਪਾਤਸ਼ਾਹ, ਪਰ ਉਪਕਾਰ ਕਰਤ ਹੀ ਰਹੇ। ਭਲਾ ਹੀ ਕਰਦੇ ਰਹੇ, ਭਲਾ ਹੀ ਕਰਦੇ ਰਹੇ, ਭਲਾ ਹੀ ਕਰਦੇ, ਪਰ ਉਪਕਾਰ। ਦੁਆਬੇ ਦੇ ਵਿੱਚ 2 ਸਥਾਨ ਬਣਾਏ। ਡੱਲੇ ਪਿੰਡ ਦੇ ਵਿੱਚ ਭਾਈ ਪਾਰੋ ਜੀ ਬ੍ਰਹਮ ਗਿਆਨੀ ਦੀ ਪੋਤਰੀ ਬੀਬੀ ਦਮੋਦਰੀ ਜੀ ਮਾਤਾ ਜੀ ਦੇ ਨਾਲ ਜਦੋਂ 6ਵੇਂ ਪਾਤਸ਼ਾਹ ਦਾ ਵਿਆਹ ਕਰਨ ਗਏ ਬਰਾਤ ਲੈ ਕੇ, ਡੱਲੇ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਆਏ ਹੋ, ਮੁੜ ਕੇ ਪਤਾ ਨਹੀਂ ਆਪ ਜੀ ਨੇ ਆਉਣਾ ਨਹੀਂ ਆਉਣਾ, ਇਹ ਆਪ ਜੀ ਦੇ ਆਉਣ ਦੀ ਕੋਈ ਨਿਸ਼ਾਨੀ ਕਾਇਮ ਕਰ ਦਿਓ। ਮਹਾਰਾਜ ਕਹਿੰਦੇ ਇਸ ਪਿੰਡ 'ਚ 72 ਬ੍ਰਹਮ ਗਿਆਨੀ ਹੋਏ, ਅਸੀਂ 72 ਪੌੜੀਆਂ ਦੀ ਇੱਥੇ ਬੌਲੀ ਬਣਾਵਾਂਗੇ। ਬੌਲੀ ਸਾਹਿਬ ਦਾ ਟੱਕ ਲਾ ਕੇ, ਉਹ ਬੌਲੀ ਸਾਹਿਬ ਅਜੇ ਵੀ ਮੌਜੂਦ ਹੈ ਡੱਲੇ ਪਿੰਡ ਵਿੱਚ। ਸ੍ਰੀ ਸੁਲਤਾਨਪੁਰ ਸਾਹਿਬ ਤੋਂ 5-7 ਕਿਲੋਮੀਟਰ ਉਰਾਂ ਨੂੰ ਡੱਲਾ ਪਿੰਡ ਹੈ। ਦਾਸ ਨੇ 1-2 ਵਾਰੀ ਦਰਸ਼ਨ ਕੀਤੇ। ਤੁਸੀਂ ਤਾਂ ਖਾਸ ਕਰਕੇ ਦੁਆਬੇ ਦੇ ਸਿੰਘ ਜ਼ਿਆਦਾ ਉੱਥੇ ਦਰਸ਼ਨ ਕਰਦੇ ਹੋ। ਦੂਜਾ, ਜਲੰਧਰ ਦੇ ਲਾਗੇ ਕਰਤਾਰਪੁਰ ਨਗਰ ਵਸਾਇਆ, ਉੱਥੇ ਖੂਹ ਲਵਾਇਆ, ਉਹਦਾ ਨਾਮ ਰੱਖਿਆ ਗੰਗਸਰ, ਕਿਉਂਕਿ ਪੰਜਾਬ ਦੇ ਲੋਕ ਗੰਗਾ ਨਹਾਉਣ ਜਾਂਦੇ ਸੀਗੇ, ਬੜੀ ਦੂਰ ਜਾਂਦੇ ਸੀ,
ਫਿਰ ਅੱਗੇ ਗੰਗਾ ਜਾ ਕੇ ਵੀ ਪੰਡਤ ਲੋਕ ਜੇਬਾਂ ਖਾਲੀ ਕਰਵਾ ਲੈਂਦੇ ਸੀ ਤੇ ਮਿਲਦਾ ਕੁਛ ਨਹੀਂ ਸੀ, ਖੇਚਲ ਜ਼ਿਆਦਾ ਸੀ। ਮਹਾਰਾਜ ਕਹਿੰਦੇ ਇੱਥੇ ਹੀ ਗੰਗਾ ਬਣਾ ਦਿਆਂਗੇ। ਖੂਹ ਲਵਾਤਾ ਬੜਾ ਵੱਡਾ, ਕਹਿੰਦੇ ਇਹ ਗੰਗਸਰ ਹੈ। ਸਿੱਖ ਮੰਨ ਕੇ ਸੱਤ ਬਚਨ ਇਸ਼ਨਾਨ ਕਰਨ ਲੱਗੇ, ਦੁਆਬੇ ਦੇ ਵੀ ਮਾਝੇ ਦੇ ਵੀ ਉੱਥੇ ਇਸ਼ਨਾਨ ਕਰਦੇ। ਇੱਕ ਮੇਰੇ ਵਰਗਾ ਸ਼ੰਕਾਵਾਦੀ ਜਿਹਾ ਆ ਗਿਆ, ਕਹਿੰਦਾ ਮਹਾਰਾਜ ਗੰਗਾ ਤੇ ਬੜੀ ਵੱਡੀ, ਮੈਂ ਤੇ ਗੰਗਾ ਚੱਲਿਆ ਇਸ਼ਨਾਨ ਕਰਨ। ਮਹਾਰਾਜ ਕਹਿੰਦੇ ਚੰਗਾ ਭਾਈ, ਵੈਸੇ ਤਾਂ ਇੱਥੇ ਹੀ ਕਰ ਲਾ ਤੇ ਠੀਕ ਹੈ, ਪਰ ਜੇ ਤੂੰ ਨਹੀਂ ਮੁੜਦਾ ਜਾਇਆ, ਅਸੀਂ ਰੋਕਦੇ ਵੀ ਨਹੀਂ। ਇੱਕ ਕੰਮ ਕਰੀ, ਆ ਸਾਡੀ ਗੜਵੀ ਲੈ ਜਾ, ਸਾਡੇ ਵਾਸਤੇ ਗੰਗਾ ਵਿੱਚੋਂ ਜਲ ਲੈ ਆਵੀਂ, ਅਸੀਂ ਵੀ ਗੰਗਾ ਜਲ ਛਕ ਲਾਂਗੇ। ਉਹ ਕਹਿੰਦਾ ਸੱਤ ਬਚਨ, ਗੜਵੀ ਦੇਤੀ ਸੱਚੇ ਪਾਤਸ਼ਾਹ ਨੇ। ਉਹ ਗੜਵੀ ਲੈ ਕੇ ਗਿਆ। ਜਦੋਂ ਉੱਥੇ ਹਰਿਦੁਆਰ ਹਰ ਕੀ ਪੌੜੀ ਇਸ਼ਨਾਨ ਕਰਕੇ ਪਾਣੀ ਭਰਨ ਲੱਗਾ ਨਾ, ਮਹਾਰਾਜ ਦੇ ਵਾਸਤੇ ਗੰਗਾ ਜਲ ਭਰਨ ਲੱਗਾ, ਉਹ ਪਾਣੀ ਤੇਜ਼ ਸੀਗਾ, ਗੜਵੀ ਹੱਥੋਂ ਛੁੱਟ ਗਈ, ਗੜਵੀ ਰੁੜ ਗਈ। ਵਿਚਾਰਾ ਵਾਪਸ ਆਇਆ, ਕਹਿੰਦਾ ਮਹਾਰਾਜ ਮੈਂ ਮਾਫੀ ਚਾਹੁੰਦਾ ਵੀ ਤੁਹਾਡਾ ਹੁਕਮ ਨਹੀਂ ਮੰਨ ਸਕਿਆ, ਮੈਂ ਜਲ ਲਿਆਣਾ ਸੀ ਪਰ ਗੜਵੀ ਮੇਰੇ ਹੱਥੋਂ ਰੁੜ ਗਈ, ਫੜ ਨਹੀਂ ਸਕਿਆ। ਨਦੀ ਬੜੀ ਤੇਜ਼ ਵਗਦੀ ਹਰਿਦੁਆਰ, ਬਹੁਤ ਗੋਲੀ ਵਰਗਾ ਪਾਣੀ ਪਹਾੜਾਂ ਤੋਂ ਡਿੱਗਦਾ ਨਾ, ਉਸ ਕਰਕੇ ਠੰਡਾ ਅਤੇ ਤੇਜ਼ ਰਫ਼ਤਾਰ ਹੁੰਦਾ, ਉਹਦੇ 'ਚ ਫੜਨੀ ਚੀਜ਼ ਬੜੀ ਮੁਸ਼ਕਿਲ। ਮਹਾਰਾਜ ਗੜਵੀ ਨਹੀਂ ਫੜ ਸਕਿਆ ਤੇ ਮੈਂ ਤੁਹਾਡੇ ਲਈ ਜਲ ਨਹੀਂ ਲਿਆਇਆ, ਮਾਫ ਕਰਨਾ। ਮਹਾਰਾਜ ਕਹਿੰਦੇ ਇੰਝ ਕਰ, ਗੰਗਸਰ ਵਿੱਚ ਸਾਡੇ ਸਰੋਵਰ ਖੂਹ ਵਿੱਚ ਵੇਖੀ। ਜਦੋਂ ਨੇ ਖੂਹ 'ਚ ਵੇਖਿਆ ਤੇ ਗੜਵੀ ਵਿੱਚ ਤਰਦੀ ਪਈ। ਕਹਿੰਦਾ ਮਹਾਰਾਜ ਇਹ ਕੀ ਗੱਲ, ਗੜਵੀ ਤੇ ਇੱਥੇ ਆਈ ਹੈ। ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਗੰਗਾ ਇੱਥੇ ਆਉਂਦੀ ਹੈ, ਤੈਨੂੰ ਕਿਹਾ ਸੀ, ਤੂੰ ਮੰਨਿਆ ਨਹੀਂ। ਆਹ ਦੇਖ ਲੈ ਗੰਗਾ ਆਈ ਹੋਈ ਇੱਥੇ, ਜਿੱਥੇ ਸਾਧੂ ਨਾਮ ਜਪਦੇ ਨੇ। 68 ਤੀਰਥ ਜੈ ਸਾਧ ਪਗ ਧਰੈ, ਜਿੱਥੇ ਨਾਮ ਜਪਣ ਵਾਲੇ ਦੇ ਚਰਨ ਪੈਂਦੇ 68 ਤੀਰਥ ਉੱਥੇ ਆ ਜਾਂਦੇ। ਪੰਜਵੇਂ ਪਾਤਸ਼ਾਹ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੁਆਬੇ ਜਲੰਧਰ 'ਚ ਵਸਾ ਕੇ ਸਿੱਖਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢਿਆ ਤੇ ਆਪਣਾ ਸਰੋਵਰ, ਆਪਣੇ ਖੂਹ, ਆਪਣੀਆਂ ਬੌਲੀਆਂ ਇਸ਼ਨਾਨ ਕਰੋ, ਨਾਮ ਜਪੋ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਬਚਨ ਮਹਾਰਾਜ ਨੇ ਸਮਝਾਏ। ਚੌਹਾਂ ਦਿਸ਼ ਉਜਲ ਜਸ ਵਿਸਤਾਰਾ। ਗੁਰੂ ਗੁਰੂ ਅਰਜਨ ਦੇਵ ਜੀ ਦਾ ਚਾਰੇ ਪਾਸੇ ਜਸ ਫੈਲ ਗਿਆ, ਜੈ ਜੈਕਾਰ ਹੋਈ। ਜਦੋਂ ਪੰਜਾਬ 'ਚ ਕਾਲ ਪੈ ਗਿਆ ਸੀ, ਸਾਧ ਸੰਗਤ ਜੀ, ਸਰਕਾਰ ਦੇ ਵੀ ਹੱਥ ਖੜੇ ਹੋ ਗਏ ਸੀ। ਜਹਾਂਗੀਰ ਬਾਦਸ਼ਾਹ ਦੇ ਹੱਥ ਖੜੇ ਹੋ ਗਏ। ਅਕਬਰ ਬਾਦਸ਼ਾਹ ਦਾ ਰਾਜ ਸੀ ਪਹਿਲਾਂ, ਫਿਰ ਜਹਾਂਗੀਰ ਦਾ ਰਾਜ ਆਇਆ। ਕਹਿੰਦੇ ਬਾਦਸ਼ਾਹ ਰੋਟੀ ਨਹੀਂ ਪੂਰੀ ਕਰ ਸਕਿਆ ਲੋਕਾਂ ਦੀ, ਅੰਨ ਇੰਨਾ ਮਹਿੰਗਾ ਹੋ ਗਿਆ, ਪੰਜਾਬ 'ਚ ਭੁੱਖਮਰੀ ਪੈ ਗਈ, ਲੋਕ ਪੰਜਾਬ ਛੱਡ ਕੇ ਜਾਣ ਲੱਗੇ। ਗੁਰੂ ਅਰਜਨ ਦੇਵ ਜੀ ਨੇ ਪੰਜਾਬ ਦੇ ਸਾਰੇ ਸ਼ਹਿਰਾਂ ਵੱਡਿਆਂ 'ਚ ਲੰਗਰ ਲਵਾਤੇ, ਕਸਬਿਆਂ 'ਚ ਲੰਗਰ ਲਵਾਤੇ। ਲਾਹੌਰ ਸ਼ਹਿਰ ਬੜਾ ਵੱਡਾ ਲੰਗਰ ਲਵਾਇਆ, ਅੰਮ੍ਰਿਤਸਰ, ਤਰਨ ਤਾਰਨ, ਜਿੰਨੇ ਮਾਝੇ ਦੁਆਬੇ 'ਚ ਲੰਗਰ ਲਾਤੇ ਥਾਂ ਥਾਂ ਤੇ, ਵੀ ਗਰੀਬ ਗੁਰਬਾ ਰੋਟੀ ਖਾਵੇ। ਇੰਨੀ ਕਲਾ ਵਰਤਾਈ, ਬਾਦਸ਼ਾਹ ਵੀ ਹੈਰਾਨ ਸੀ ਵੀ ਇਹ ਕਿੱਥੋਂ ਆ ਰਿਹਾ। ਕਹਿਣ ਲੱਗੇ ਗੁਰੂ ਨਾਨਕ ਦੇ 20 ਰੁਪਈਆਂ ਦਾ ਪ੍ਰਤਾਪ। ਇਸ ਤਰ੍ਹਾਂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਪ੍ਰਤਾਪ ਹੋਇਆ, ਉਹਨਾਂ ਦੀ ਮਹਿਮਾ ਹੋਈ ਹੈ ਵੀ ਸਾਰੀ ਦੁਨੀਆ ਹੀ ਉਹਨਾਂ ਦੀ ਵਡਿਆਈ ਤੋਂ ਪ੍ਰਭਾਵਿਤ ਹੋਈ ਹੈ। ਹਾਂਜੀ। ਕਰਤਿਓ ਬੀਤੇ ਸੁਸ਼ਟ ਅਚਾਰਾ। ਮਹਾਰਾਜ ਬੜਾ ਚੰਗਾ ਆਚਰਣ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਕੇ ਸ਼ਹੀਦੀ ਪਾ ਗਏ, ਸੱਚਖੰਡ ਚਲੇ ਗਏ। ਤਿਨ ਕੇ ਸੁਤ ਇਹ ਗਾਦੀ ਬੈਸੇ। ਪਰ ਹੁਣ ਨਿੰਦਕ ਕਹਿੰਦੇ ਨੇ, ਕਹਿੰਦੇ ਚਲੋ ਉਹ ਤੇ ਬੜੇ ਮਹਾਂਪੁਰਸ਼ ਸੀ, ਗੁਰੂ ਰਾਮਦਾਸ ਜੀ ਵੀ ਤੇ ਗੁਰੂ ਅਰਜਨ ਦੇਵ ਜੀ ਵੀ। ਇਹ ਉਹਨਾਂ ਦੇ ਪੁੱਤਰ ਜਿਹੜੇ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ, ਭਏ ਨਾ ਪਿਤਾ ਪਿਤਾਮਾ ਜੈਸੇ। ਇਹ ਆਪਣੇ ਪਿਓ ਦਾਦੇ ਵਰਗੇ ਨਹੀਂ ਲੱਗਦੇ, ਇਹਨਾਂ ਦਾ ਤਾਂ ਕੰਮ ਹੋਰ ਹੀ ਹੈ ਕੋਈ। ਇਹਦਾ ਨਾਂ ਗੁਰੂ ਅਰਜਨ ਦੇਵ ਜੀ ਵਰਗੀ ਇਹਨਾਂ ਦੀ ਸ਼ਾਂਤੀ ਹੈ, ਤੇ ਨਾ ਗੁਰੂ ਰਾਮਦਾਸ ਵਰਗਾ ਇਹਨਾਂ ਦਾ ਪ੍ਰਤਾਪ ਹੈ, ਵੈਰਾਗ ਹੈ। ਇਹ ਤਾਂ ਬਸ ਹੋਰ ਹੀ ਗੱਲਾਂ ਕਰਦੇ ਨੇ। ਆਗੇ ਪਾਤਸ਼ਾਹ ਘਰ ਆਵਤ। ਅੱਗੇ ਨਾ ਗੁਰੂ ਨਾਨਕ ਦੇ ਘਰ ਮੱਥਾ ਟੇਕਣ ਲਈ ਬਾਦਸ਼ਾਹ ਆਉਂਦੇ ਹੁੰਦੇ ਸੀ। ਗੁਰੂ ਨਾਨਕ ਦੇਵ ਜੀ ਕੋਲ ਬਾਬਰ ਆਇਆ, ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਹਮਾਯੂ ਆਇਆ ਖੰਡੂਰ ਸਾਹਿਬ, ਤੇ ਅਕਬਰ ਨੰਗੇ ਪੈਰੀਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਕੋਲ ਆਇਆ।
ਬਾਦਸ਼ਾਹ ਮੱਥਾ ਟੇਕਣ ਆਉਂਦੇ ਸਨ ਗੁਰ ਗਾਦੀ ਕੋ ਸੀਸ ਨਿਵਾਵਤ। ਤੇ ਗੁਰਤਾ ਗੱਦੀ ਨੂੰ ਸੀਸ ਝੁਕਾਉਂਦੇ ਸਨ। ਇਹ ਸ਼ਾਹਨ ਕੇ ਪਾਸ ਪਧਾਰੇ। ਪਰ ਇਹਨਾਂ ਨੂੰ ਤੇ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੱਤਾ ਹੈ। ਦੁਰਗ ਕੈਦ ਥਲ ਬਸੇ ਮਝਾਰੇ। ਜਿੱਥੇ ਕੈਦੀ ਰੱਖੇ ਜੇਲ੍ਹ ਵਿੱਚ, ਗਵਾਲੀਅਰ ਦੀ ਜੇਲ੍ਹ ਵਿੱਚ, ਉੱਥੇ 6ਵੇਂ ਪਾਤਸ਼ਾਹ ਨੂੰ ਰੱਖਿਆ। ਇਹਨਾਂ ਦਾ ਕਿੱਥੇ ਉਹਨਾਂ ਦਾ ਸਤਿਕਾਰ ਸੀ। ਗੁਰੂ ਰਾਮਦਾਸ ਜੀ ਦਾ, ਗੁਰੂ ਅਮਰਦਾਸ ਜੀ ਦਾ, ਗੁਰੂ ਅੰਗਦ ਦੇਵ ਜੀ ਦਾ, ਗੁਰੂ ਨਾਨਕ ਦੇਵ ਜੀ ਦਾ, ਤੇ ਕਿੱਥੇ ਇਹਨਾਂ ਨੂੰ ਜੇਲ੍ਹਾਂ ਕੱਟਣੀਆਂ ਪੈ ਰਹੀਆਂ ਨੇ। ਅਪਰ ਨਰੇਸ਼ ਦੇਸ਼ ਕੇ ਜੈਸੇ। ਜਿਵੇਂ ਹੋਰ ਮੁਲਕ ਦੇ ਰਾਜੇ 52 ਰਾਜੇ ਫੜ ਕੇ ਕੈਦ ਕੀਤੇ ਸੀਗੇ ਗਵਾਲੀਅਰ, ਇਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਭੇਜਤਾ ਬਾਦਸ਼ਾਹ ਨੇ। ਇਨਹੋ ਆਪਨ ਗਤ ਠਾਨੀ ਤੈਸੇ। ਫਿਰ ਉਹ ਨਿੰਦਕ ਕਹਿੰਦੇ ਨੇ ਇਹਦੇ 'ਚ ਕਿਸੇ ਦਾ ਕਸੂਰ ਥੋੜਾ, ਇਹਨਾਂ ਨੇ ਆਪ ਹੀ ਇਦਾਂ ਕਰਾਇਆ। ਇਹਨਾਂ ਨੂੰ ਕੀ ਲੋੜ ਸੀ ਬੰਦੂਕਾਂ ਰੱਖਣ ਦੀ, ਹਥਿਆਰ ਰੱਖਣ ਦੀ, ਘੋੜੇ ਰੱਖਣ ਦੀ, ਤਖਤ ਬਣਾਉਣ ਦੀ, ਆ ਫੌਜਾਂ ਬਣਾਉਣ ਦੀ ਕੀ ਲੋੜ ਸੀ? ਇਹ ਇਦਾਂ ਕੀਤਾ ਤਾਂ ਹੀ ਸਰਕਾਰ ਨੇ ਅੰਦਰ ਕੀਤਾ। ਪਹਿਲੇ ਗੁਰੂਆਂ ਨੂੰ ਕਿਉਂ ਨਹੀਂ ਫੜਿਆ? ਪਹਿਲੇ ਗੁਰੂਆਂ ਨੂੰ ਕਿਉਂ ਨਹੀਂ ਅੰਦਰ ਕੀਤਾ? ਇਹਨਾਂ ਅੰਨਿਆਂ ਨੂੰ ਇਹ ਪੁੱਛੇ ਵੀ ਗੁਰੂ ਅਰਜਨ ਦੇਵ ਜੀ ਨਾਲ ਸਰਕਾਰ ਨੇ ਕੀ ਕੀਤਾ? ਆਖੋ ਸ੍ਰੀ ਵਾਹਿਗੁਰੂ। ਉਹ ਨਹੀਂ ਦੇਖਦੇ। ਉਹ ਗੱਲਾਂ ਸਾਰੀਆਂ ਭੁਲਾ ਕੇ ਜਿਹਨੇ ਨਿੰਦਾ ਕਰਨੀ ਹੁੰਦੇ ਨਿੰਦਾ ਹੀ ਕਰਨੀ ਹੈ। ਉਹਨੇ ਚੰਗਿਆਈਆਂ ਨਹੀਂ ਵੇਖਣੀਆਂ, ਬੁਰਾਈਆਂ ਹੀ ਵੇਖਣੀਆਂ। ਉਹ ਸਰਕਾਰ ਦੇ ਪੱਖੀ ਬੋਲਣ ਲੱਗ ਪਏ ਸਿੱਖ। ਕਹਿੰਦੇ ਦੇਖੋ ਅੱਗੇ ਤੇ ਗੁਰੂਆਂ ਨੂੰ ਬਾਦਸ਼ਾਹ ਮੱਥਾ ਟੇਕਦੇ ਸੀ, ਇਹਨਾਂ ਨੂੰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕੀਤੀ ਰੱਖਿਆ ਹੈ। ਹੋਏ ਨਿਰਦੈ ਚੰਦੂ ਕੋ ਮਾਰਾ। ਹੋਰ ਦੇਖੋ ਚੰਦੂ ਨੂੰ ਬੜਾ ਇਹਨਾਂ ਨੇ ਦੁੱਖ ਦੇ ਦੇ ਕੇ ਮਾਰਿਆ। ਕਹਾਉਂਦੇ ਆਪਣੇ ਆਪ ਨੂੰ ਸਿੱਖ ਨੇ, ਪੱਗਾਂ ਵੀ ਬੰਨੀਆਂ। ਅੱਜ ਦੀ ਵੀ ਹਾਲਤ ਹੈ, ਅੱਜ ਵੀ ਇਹੀ ਕੁਛ ਹੈ। ਪਰ ਫੁੱਫੜ ਕਿਸੇ ਹੋਰ ਨੂੰ ਬਣਾ ਲੈਂਦੇ ਆ, ਆਪਣੇ ਗੁਰੂ ਨੂੰ ਛੱਡ ਦਿੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਪਮਾ ਦੂਜਿਆਂ ਦੀ ਕਰਦੇ ਆ, ਆਪਣੇ ਗੁਰੂ ਨੂੰ। ਇਹੋ ਜਿਹੇ ਸਿੱਖਾਂ ਤੋਂ ਲੈਣਾ ਕੀ ਹੈ ਖਾਲਸਾ ਜੀ? ਉਹ ਕਹਿੰਦੇ ਦੇਖੋ ਗੁਰੂ ਹਰਗੋਬਿੰਦ ਨੇ ਚੰਦੂ ਨੂੰ ਕਿੰਨਾ ਦੁੱਖ ਦੇ ਕੇ ਮਾਰਿਆ। ਇਹ ਭੁੱਲ ਗਏ ਨੇ ਵੀ ਚੰਦੂ ਨੇ ਗੁਰੂ ਅਰਜਨ ਦੇਵ ਜੀ ਨਾਲ ਕੀ ਕੀਤਾ ਸੀ। ਉਹ ਨਹੀਂ ਯਾਦ ਕਰਦੇ, ਉਹ ਨਹੀਂ ਯਾਦ ਕਰਦੇ। ਉਧਰ ਕਹਿੰਦੇ ਵੀ ਚੰਦੂ ਨੂੰ ਮਾਰਿਆ। ਵੀ ਤੁਹਾਡਾ ਚੰਦੂ ਕੀ ਲੱਗਦਾ ਸੀ? ਚੰਦੂ ਦੀ ਤੁਹਾਨੂੰ ਬੜਾ ਹੇਜ ਆਉਂਦਾ, ਬੜੀ ਤੁਹਾਨੂੰ ਤਰਸ ਆਉਂਦਾ। ਨਿੰਦਾ ਕਰਨੀ ਹੈ ਬਸ, ਇਸ ਤੋਂ ਬਾਅਦ ਇਹਨਾਂ ਦੇ ਪੱਲੇ ਕੱਖ ਨਹੀਂ, ਕਰ ਨਹੀਂ ਕੁਝ ਸਕਦੇ। ਨਹੀਂ ਦਇਆ ਕੋ ਲੇਸ਼ ਵਿਚਾਰਾ। ਕਹਿੰਦੇ ਨੇ ਇਹ ਗੁਰੂ ਹਰਗੋਬਿੰਦ ਦੇ ਮਨ 'ਚ ਦਇਆ ਹੀ ਕੋਈ ਨਹੀਂ, ਤਰਸ ਹੀ ਕੋਈ ਨਹੀਂ। ਉਹ ਵਿਚਾਰਾ ਚੰਦੂ, ਉਹਦੀ ਨੱਕ ਪਾੜ ਦਿੱਤੀ, ਉਹਨੂੰ ਜੁੱਤੀਆਂ ਮਾਰਦੇ ਰਹੇ, ਉਹਨੂੰ ਕੁੱਤਿਆਂ 'ਚ ਬੰਨ੍ਹ ਕੇ ਰੱਖਿਆ, ਉਹਨੂੰ ਦਿੱਲੀਓਂ ਘੜੀਸ ਕੇ ਲਾਹੌਰ ਤੱਕ ਜੁੱਤੀਆਂ ਮਰਵਾਉਂਦੇ ਰਹੇ। ਫਿਰ ਉਹਨੂੰ ਬੜੀ ਬੁਰੀ ਹਾਲਤ ਕਰਕੇ ਮਾਰ ਕੇ ਕੁੱਤਿਆਂ ਦੀ ਤਰ੍ਹਾਂ ਘੜੀਸ ਕੇ ਬਾਹਰ ਸੁੱਟ ਕੇ ਆਏ। ਇਹ ਇਹਨਾਂ ਨੇ ਕੰਮ ਕੀਤਾ। ਗੁਰੂ ਇੱਦਾਂ ਥੋੜ੍ਹਾ ਕਰਦੇ ਨੇ, ਗੁਰੂ ਇੱਦਾਂ ਥੋੜ੍ਹਾ ਕਰਦੇ ਨੇ। ਇਹ ਤਾਂ ਬੜੇ ਨਿਰਦਈ ਨੇ। ਹਾਂਜੀ। ਸ਼ਾਹੋ ਸੰਗ ਪੁਨ ਆਵਤ ਜਾਵ। ਫਿਰ ਬਾਦਸ਼ਾਹ ਦੇ ਨਾਲ ਬਹਿੰਦੇ ਉੱਠਦੇ ਨੇ, ਬਾਦਸ਼ਾਹ ਕੋਲ ਆਉਂਦੇ ਜਾਂਦੇ ਨੇ। ਗੁਰੂਆਂ ਨੂੰ ਕੀ ਲੋੜ ਹੈ ਬਾਦਸ਼ਾਹ ਕੋਲ ਆਉਣ ਜਾਣ ਦੀ? ਜਹਾਂਗੀਰ ਕੋਲ ਚਲੇ ਜਾਂਦੇ ਨੇ, ਜਹਾਂਗੀਰ ਇਹਨਾਂ ਕੋਲ ਆ ਜਾਂਦਾ। ਇਹ ਗੱਲ ਵੀ ਠੀਕ ਨਹੀਂ। ਜਥਾ ਔਰ ਤਿਨ ਕੋ ਉਮਰਾਵ। ਇਹ ਗੁਰੂਆਂ ਨੂੰ ਨਹੀਂ ਸੋਭਦਾ। ਇਹ ਤਾਂ ਜਿਵੇਂ ਸਰਕਾਰੀ ਅਫਸਰ ਹੁੰਦੇ ਨੇ, ਬਾਦਸ਼ਾਹ ਨੂੰ ਮਿਲਦੇ ਗਿਲਦੇ ਨੇ, ਇਹ ਉੱਦਾਂ ਮਿਲਦੇ ਨੇ ਜਾ ਕੇ। ਨਹੀਂ ਵਿਚਾਰੀ ਆਪਨ ਵਡਾਈ। ਨਿੰਦਕ ਸਿੱਖ ਤਾਂ ਕਹਿਣਾ ਪੈਂਦਾ ਕਿਉਂਕਿ ਸਿੱਖਾਂ ਦੇ ਵਿੱਚ ਰਹਿੰਦੇ ਨੇ। ਆਖੋ ਸ੍ਰੀ ਵਾਹਿਗੁਰੂ। ਸਿੱਖ ਤਾਂ ਨਹੀਂ, ਪਰ ਕੜਾਹ ਪ੍ਰਸ਼ਾਦ ਛਕਣ ਨੂੰ, ਲੰਗਰ ਪ੍ਰਸ਼ਾਦਾ ਛਕਣ ਨੂੰ ਸਿੱਖ ਬਣੇ ਹੋਏ ਨੇ। ਸਿੱਖਾਂ ਵਾਲਾ ਬਾਣਾ ਪਾਇਆ ਹੋਇਆ, ਸਿੱਖ ਨਹੀਂ। ਕਹਿੰਦੇ ਨੇ ਇਹ ਗੁਰੂ ਹਰਗੋਬਿੰਦ ਨੇ ਆਪਣੀ ਵਡਿਆਈ ਨਹੀਂ ਵਿਚਾਰੀ, ਆਪਣੀ ਇੱਜ਼ਤ ਦਾ ਖਿਆਲ ਨਹੀਂ ਕੀਤਾ। ਦੇਖੋ ਇਹਨਾਂ ਨੇ ਚੰਦੂ ਨੂੰ ਕਿਵੇਂ ਮਾਰਿਆ ਤੇ ਸਰਕਾਰ ਨਾਲ ਕਿਵੇਂ ਵਰਤਦੇ ਨੇ। ਜਹਾਂਗੀਰ ਢਿਗ ਬਸੇ ਤਦਾਈ। ਤੇ ਬਾਦਸ਼ਾਹ ਕੋਲ, ਜਹਾਂਗੀਰ ਕੋਲ ਰਹੇ ਨੇ ਜਾ ਕੇ। ਸੰਗ ਲਾਹੌਰ ਬਾਸ ਬਹੁ ਕਰਕੇ। ਲਾਹੌਰ ਵੀ ਬਾਦਸ਼ਾਹ ਦੇ ਕੋਲ ਰਹੇ ਨੇ, ਦਿੱਲੀ ਵੀ ਬਾਦਸ਼ਾਹ ਦੇ ਕੋਲ ਰਹੇ ਨੇ। ਕਾਜ਼ੀ ਦੋਹਤਾ ਆਨੀ ਹਰ ਕੈ। ਤੇ ਉਹ ਕਾਜੀ ਦੀ ਕੁੜੀ ਕੌਲਾਂ ਉਹ ਵੀ ਲੈ ਆਏ ਨੇ। ਉਹ ਕਾਜੀ ਦੀ ਲੜਕੀ ਲੈ ਆਏ ਨੇ ਮੁਸਲਮਾਨੀ ਗੁਰੂ ਘਰ 'ਚ। ਉਹਦਾ ਕੀ ਕੰਮ ਹੈ?
ਹਾਂਜੀ। ਕਰਿਓ ਕਾਜ ਇਹ ਦੀਰਘ ਖੋਟਾ। ਕਹਿੰਦੇ ਇਹ ਬੜਾ ਮਾੜਾ ਕੰਮ ਕੀਤਾ। ਇਹ ਨਹੀਂ ਸੋਚਦੇ ਵੀ ਕਾਜੀ ਆਪਣੀ ਧੀ ਨੂੰ ਕਿਵੇਂ ਮਾਰਦਾ ਸੀ, ਬਾਣੀ ਪੜ੍ਹਨ ਤੋਂ ਰੋਕਦਾ ਸੀ। ਉਹ ਵਿਚਾਰੀ ਸੁਖਮਣੀ ਸਾਹਿਬ ਪੜ੍ਹਦੀ ਸੀ ਤੇ ਇਹ ਕਹਿੰਦਾ ਸੀ ਕਾਜੀ ਵੀ ਤੂੰ ਗੁਰੂ ਦੀ ਬਾਣੀ ਕਿਉਂ ਪੜ੍ਹਦੀ ਹੈ। ਤੇ ਕਸਾਈ ਮੀਆਂ ਮੀਰ ਜੀ ਨੇ, ਬਾਬਾ ਬੁੱਢਾ ਜੀ ਨੇ ਉਹਨੂੰ ਗੁਰੂ ਸ਼ਰਨ ਵਿੱਚ ਲੈ ਆਂਦਾ। ਤੇ ਉਹ ਹੁਣ ਉਹ ਪੱਖ ਤਾਂ ਨਹੀਂ ਦੇਖਦੇ ਨਿੰਦਕ, ਬਸ ਉਹ ਕਾਜੀ ਦੀ ਕੁੜੀ ਕਿਉਂ ਆ ਗਈ ਜੀ, ਗੁਰੂ ਘਰ 'ਚ ਕਿਉਂ ਰਹਿੰਦੀ ਹੈ ਮੁਸਲਮਾਨੀ, ਉਹ ਬਦਨਾਮੀ ਕਰਦੇ ਹਨ। ਜਾਨ ਤੇਜ ਬੜ ਕਿਨਹੋ ਨਾ ਹੋਟਾ। ਹਾਂ, ਕਹਿੰਦੇ ਇਹਨਾਂ ਦਾ ਤੇਜ ਪ੍ਰਤਾਪ ਇੰਨਾ ਡਰਦਾ ਮਾਰਾ ਕਾਜੀ ਵੀ ਕੁਛ ਨਹੀਂ ਕਰ ਸਕੇ। ਕਾਜੀ ਨੇ ਮਾਰੀਆਂ ਤਾਂ ਸਨ, ਛੜੀਆਂ ਬੜੀਆਂ, ਪਰ ਸੁਣੀ ਨਹੀਂ ਬਾਦਸ਼ਾਹ ਨੇ। ਉੱਥੇ ਗੱਲ ਬਣੀ ਨਹੀਂ, ਝੂਠਾ ਜੋ ਸੀ ਨਾ। ਭਾਈ ਵਜ਼ੀਰ ਖਾਨ ਨੇ ਦੱਸਤਾ ਬਾਦਸ਼ਾਹ ਨੂੰ। ਭਾਈ ਵਜ਼ੀਰ ਖਾਨ ਜਿਹੜਾ ਸੀ ਉਹ 2 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਦਾ ਸੀ, ਬੜਾ ਵੱਡਾ ਪੰਜਾਬ ਦਾ ਗਵਰਨਰ ਸੀ। ਉਹ ਕਹਿਣ ਲੱਗਾ ਜੀ, ਕਾਜੀ ਰੋਂਦਾ ਪਿੱਟਦਾ ਗਿਆ ਬਾਦਸ਼ਾਹ ਕੋਲ, ਮੇਰੀ ਕੁੜੀ ਲੈ ਗਏ। ਉਹ ਕਹਿੰਦੇ ਇਹਨੇ ਆਪਣੀ ਕੁੜੀ ਆਪ ਕੱਢੀ ਹੈ ਘਰੋਂ ਮਾਰ ਮਾਰ ਕੇ। ਇਹ ਮਾਰਦਾ ਸੀ, ਉਹ ਵਿਚਾਰੀ ਗੁਰੂ ਦੀ ਸ਼ਰਨ ਚਲੀ ਗਈ, ਰੋਟੀ ਨਹੀਂ ਸੀ ਦਿੰਦਾ। ਉਹ ਕਲਾਮ ਪੜ੍ਹਦੀ ਸੀ, ਬਾਣੀ ਪੜ੍ਹਦੀ ਸੀ, ਸੁਖਮਨੀ ਸਾਹਿਬ ਪੜ੍ਹਦੀ ਸੀ। ਇਹ ਕਹਿੰਦਾ ਵੀ ਕਿਉਂ ਪੜ੍ਹਦੀ ਹੈ, ਉਹ ਕੁੜੀ ਕਿੱਥੇ ਜਾਂਦੀ, ਗਲਤੀ ਇਹਦੀ ਹੈ। ਕਹਿੰਦੇ ਬਾਦਸ਼ਾਹ ਕਹਿੰਦੇ ਚੱਲ ਝੂਠਾ ਤੂੰ, ਉਹਦੀ ਸੁਣੀ ਨਹੀਂ। ਉਹ ਸਿੱਖ ਜਿਹੜੇ ਹੁਣ ਕਾਜੀ ਦੇ ਪੱਖੀ ਬਣੇ ਬੈਠੇ ਨਿੰਦਕ, ਕਹਿੰਦੇ ਦੇਖੋ ਕਾਜੀ ਵਿਚਾਰਾ ਰੋਂਦਾ ਰਿਹਾ, ਉਹਦੀ ਪੇਸ਼ ਨਹੀਂ ਕੋਈ ਗਈ। ਨਿੰਦਾ ਕਰਨੀ ਹੋਵੇ ਨਾ, ਕਿੱਦਾਂ ਲੋਕ ਨਿੰਦਾ ਕਰਦੇ ਆ, ਗੁਣਾਂ ਨੂੰ ਵੀ ਔਗਣ ਬਣਾ ਦਿੰਦੇ ਸਾਧ ਸੰਗਤ ਜੀ। ਨਿੰਦਾ ਕਰਨੀ ਹੋਵੇ ਨਾ ਕਿਸੇ ਦੇ ਗੁਣ ਨੂੰ ਵੀ ਔਗਣ ਬਣਾ ਦਿੰਦੇ ਆ। ਨਿੰਦਕ ਬੜੇ ਜ਼ਾਲਮ ਹੁੰਦੇ। ਹਾਂਜੀ। ਆਨ ਆਪਨੇ ਸਦਨ ਬਸਾਈ। ਕਹਿੰਦੇ ਦੇਖੋ ਕਾਜੀ ਦੀ ਕੁੜੀ ਇੱਥੇ ਲਿਆ ਕੇ ਰੱਖ ਲਈ ਅੰਮ੍ਰਿਤਸਰ ਦੇ ਵਿੱਚ, ਨਹੀਂ ਲਖੀ ਨਿਜ ਬੰਸ ਵਡਾਈ। ਆਪਣੀ ਸੋਢੀ ਕੁਲ ਦੀ, ਆਪਣੀ ਗੁਰੂ ਨਾਨਕ ਦੀ ਗੱਦੀ ਦੀ ਵਡਿਆਈ ਨਹੀਂ ਸੋਚੀ ਵੀ ਸਾਡੇ ਤੇ ਕਿੰਨਾ ਇਲਜ਼ਾਮ ਆਵੇਗਾ। ਸਾਧ ਸੰਗਤ ਜੀ, ਜਿਨ੍ਹਾਂ ਨੇ ਕਿਸੇ ਦੀ ਮਦਦ ਕਰਨੀ ਹੁੰਦੀ, ਜਿਨ੍ਹਾਂ ਨੇ ਕਿਸੇ ਨੂੰ ਪਾਲਣਾ ਹੁੰਦਾ, ਉਹ ਜਿਨ੍ਹਾਂ ਨੇ ਧਰਮ ਰੱਖਣਾ ਹੁੰਦਾ, ਉਹ ਨਿੰਦਾ ਦੀ ਪ੍ਰਵਾਹ ਥੋੜਾ ਕਰਦੇ ਨੇ। ਤੇ ਜਿਹੜੇ ਨਿੰਦਾ ਦੀ ਪ੍ਰਵਾਹ ਕਰਦੇ ਨੇ ਉਹ ਕਦੀ ਸੱਚ ਨਹੀਂ ਬੋਲ ਸਕਦੇ, ਉਹ ਕਦੀ ਕਿਸੇ ਦੀ ਮਦਦ ਨਹੀਂ ਕਰ ਸਕਦੇ, ਉਹ ਕਦੀ ਕਿਸੇ ਦੁਖੀ ਦੀ ਬਾਂਹ ਨਹੀਂ ਫੜ ਸਕਦੇ। ਇਹੀ ਤਾਂ ਬਸ ਮਹਾਂਪੁਰਸ਼ਾਂ ਵਿੱਚ ਤੇ ਸਾਡੇ ਲੋਕਾਂ 'ਚ ਫਰਕ ਹੈ। ਉਹ ਕਹਿੰਦੇ ਮਹਾਂਪੁਰਸ਼ ਤੁਰੇ ਜਾਂਦੇ, 2 ਨੌਜਵਾਨ ਸਾਧੂ ਸਨ ਤੇ ਪਾਣੀ ਖੜਾ ਚੁਰਾਹੇ ਦੇ ਵਿੱਚ, ਨੌਜਵਾਨ ਲੜਕੀ 18-19 ਸਾਲ ਦੀ ਖੜੀ ਤੇ ਉਹ ਵਿਚਾਰੀ ਪਾਰ ਨਹੀਂ ਲੰਘ ਸਕਦੀ, ਪਾਣੀ ਡੂੰਘਾ ਸੀ। ਇੱਕ ਸਾਧੂ ਨੇ ਚੁੱਕਿਆ, ਪਰਲੇ ਪਾਸੇ ਉਤਾਰ ਦਿੱਤਾ ਤੇ ਉਹ ਡੇਰੇ ਚਲੇ ਗਿਆ। ਜਿਹੜਾ ਨਾਲ ਦਾ ਸੀ ਨਾ, ਸੋਚੀ ਗਿਆ, ਰਿਹਾ ਨਾ ਗਿਆ। ਸ਼ਾਮ ਨੂੰ ਕਹਿੰਦਾ ਸੰਤ ਜੀ ਮਾਫ ਕਰਨਾ, ਵੀ ਆਪਣੇ ਧਰਮ ਵਿੱਚ ਤਾਂ ਬੀਬੀਆਂ ਨੂੰ ਹੱਥ ਲਾਣਾ ਜਾਂ ਉਹਨਾਂ ਨਾਲ ਗੱਲ ਕਰਨੀ ਜਾਂ ਦੇਖਣਾ ਮਨਾ, ਤੇ ਤੁਸੀਂ ਚੁੱਕ ਕੇ ਗੋਦੀ 'ਚ ਪਰੇ। ਉਹ ਕਹਿੰਦਾ ਮੈਂ ਤੇ ਚੁੱਕ ਕੇ ਉੱਥੇ ਲਾਤਾ ਤੇ ਤੂੰ ਹੁਣ ਤੇ ਚੁੱਕੀ ਫਿਰਦਾ। ਮੈਂ ਤੇ ਚੁੱਕ ਕੇ ਨਾ ਉਹਦੀ ਹੈਲਪ ਕਰਤੀ, ਉੱਥੇ ਛੱਡਤਾ ਤੇ ਭਲਿਆ। ਉਹ ਤੇ ਸਵੇਰ ਦੀ ਗੱਲ ਆ, ਸਾਰਾ ਦਿਨ ਬੀਤ ਗਿਆ, ਤੇਰੇ ਦਿਮਾਗ 'ਚ ਕੀ ਫਿਰੀ ਜਾਂਦਾ। ਆਹ ਲੋਕਾਂ ਦੇ ਦਿਮਾਗ ਇੱਦਾਂ ਦੇ ਹੈ। ਗੁਰੂ ਹਰਗੋਬਿੰਦ ਸਾਹਿਬ ਤਾਂ ਭਲਾ ਕਰ ਰਹੇ ਨੇ ਤੇ ਉਹਦੀ ਨਿੰਦਾ ਕਰ ਰਹੇ ਨੇ। ਹਾਂਜੀ। ਅਬਲੋ ਨਹਿ ਗਿਲਾਨ ਕਹੋ ਕਰਤੇ। ਹਾਂ, ਤੇ ਸਿੱਖ ਕਹਿੰਦੇ, ਉਹ ਸਿੱਖ ਤਾਂ ਕਹਿਣੇ ਪੈਂਦੇ ਆ, ਨਿੰਦਕ ਕਹਿੰਦੇ ਦੇਖੋ ਇਹ ਗੁਰੂ ਹੁਣ ਅਜੇ ਤੱਕ ਵੀ ਨਹੀਂ ਛੱਡਦੇ, ਅਜੇ ਵੀ ਨਹੀਂ ਗਿਲਾਨੀ ਕਰਦੇ। ਸ਼ਾਹ ਹੁਸੈਨ ਤੇ ਔਰ ਨਹਿ ਡਰਤੇ। ਬਾਦਸ਼ਾਹ ਦੀ ਫੌਜ ਤੋਂ ਨਹੀਂ ਡਰਦੇ। ਰੋਜ਼ ਸ਼ਿਕਾਰ ਖੇਡ ਕੇ ਲਿਆਉਂਦੇ, ਸਰਕਾਰੀ ਸ਼ਿਕਾਰ ਗਾਵਾਂ ਦੇ ਵਿੱਚ ਜਾਂਦੇ, ਜਿੱਥੇ ਬਾਦਸ਼ਾਹ ਦਾ ਏਰੀਆ ਹੁੰਦਾ ਨਾ ਸ਼ਿਕਾਰ ਖੇਡਣਾ, ਉਹਦੇ ਜਾ ਕੇ ਸ਼ਿਕਾਰ ਮਾਰ ਲਿਆਉਂਦੇ ਨੇ। ਪੁਨ ਪੈਂਦੇ ਖਾਂ ਤੁਰਕ ਵਿਸਾਲਾ। ਫਿਰ ਪੈਂਦੇ ਖਾਂ ਬੜਾ ਜਵਾਨ ਹੈ, ਯੋਧਾ ਹੈ, ਮੁਸਲਮਾਨ ਪਠਾਨ ਹੈ। ਰਾਖਿਓ ਨਿਕਟ ਦਰਬ ਦੇ ਜਾਲਾ। ਉਹਨੂੰ ਕੋਲ ਰੱਖਿਆ, ਉਹਨੂੰ ਬੜੇ ਵਧੀਆ ਵਧੀਆ ਬਸਤਰ, ਵਧੀਆ ਵਧੀਆ ਸ਼ਸਤਰ ਤੇ ਮਾਇਆ ਦਿੰਦੇ ਨੇ। ਬੂਝ ਹੈ ਤਿਸ ਹੈ ਕਾਜ ਜੋ ਕਰਨਾ। ਜਿਹੜਾ ਕੋਈ ਕੰਮ ਕਰਨਾ ਪੈਂਦੇ ਖਾਂ ਦੀ ਸਲਾਹ ਨਾਲ ਕਰਦੇ ਨੇ। ਦਿਨ ਪ੍ਰਤ ਕਰ ਹੈ ਅਧਿਕ ਹੀ ਕਰਨਾ। ਹਾਂ, ਉਹਦੇ ਤੇ ਬੜੀ ਦਇਆ ਕਰਦੇ ਨੇ। ਸਾਨੂੰ ਪੁੱਛਦੇ ਵੀ ਤੁਹਾਨੂੰ ਕੀ ਪੁੱਛੀ, ਤੁਸੀਂ ਕਿਸੇ ਘੜੇ ਦੇ ਢੱਕਣ ਹੋਵੋ ਤੇ ਸਹੀ। ਜੇ ਕੋਈ ਕਰਨ ਜੋਗੇ ਹੋਵੋ ਤੇ ਗੁਰੂ ਤੁਹਾਨੂੰ ਵੀ ਪੁੱਛ ਲਵੇ। ਸ਼ੰਕਾ ਹੀ ਕਰਨਾ, ਪਰ ਕਿੰਤੂ ਪਰੰਤੂ ਕਰਨਾ, ਹੋਰ ਗੱਲ ਕੋਈ ਨਹੀਂ ਪੱਲੇ। ਤੇ ਜਿਹੜੇ ਗੁਰਸਿੱਖ ਸੀਗੇ ਨਾ, ਉਹ ਚੁੱਪ ਸਨ। ਭਾਈ ਗੁਰਦਾਸ ਜੀ ਤੇ ਬੜੇ ਕਮਾਲ ਦੇ ਬਚਨ ਲਿਖ ਰਹੇ ਸਨ। ਉਹ ਸਾਰਾ ਸੀਨ ਉਹਨਾਂ ਨੇ ਲਿਖਿਆ। ਨਿੰਦਕ ਜੋ ਬੋਲਦੇ ਸੀ ਉਹ ਵੀ ਲਿਖਿਆ, ਤੇ ਜੋ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਭਾਈ ਜੇਠੇ ਵਰਗੇ ਸੋਚਦੇ ਸੀ ਉਹ ਵੀ ਲਿਖਿਆ।
ਦੋਵੇਂ ਪੱਖ ਆਹਮਣੇ ਸਾਹਮਣੇ ਰੱਖ ਕੇ ਦੋ ਪੌੜੀਆਂ ਲਿਖੀਆਂ 26ਵੀਂ ਵਾਰ ਦੇ ਵਿੱਚ। ਪਹਿਲੀ ਪੌੜੀ ਮੰਜੀ ਬੈ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਿਡਾਇਆ, ਪਾਤਸ਼ਾਹ ਕਰ ਆਮਦੇ ਗੜ ਚੜਿਆ, ਪਾਤਸ਼ਾਹ ਚੜਾਇਆ, ਉਮਦ ਮਹਿਲ ਨ ਪਾਵਦੀ, ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਬਾਣੀ ਕਰ ਗੁਣ ਗਾਮ ਦਾ, ਕਥੇ ਨਾ ਸੁਣੇ ਨਾ ਗਾਵ ਸੁਣਾਇਆ, ਨੱਠਾ ਫਿਰੈ ਨਾ ਡਰੈ ਡਰਾਇਆ। ਛੇਵੇਂ ਪਾਤਸ਼ਾਹ ਬਾਰੇ ਜੋ ਨਿੰਦਕਾਂ ਦਾ ਵਿਊ ਸੀ ਉਹ ਦੱਸਿਆ। ਫਿਰ ਦੱਸਿਆ ਉਹਨਾਂ ਨੇ, ਉਹ ਕਹਿੰਦੇ ਬੂਹੇ ਜਿੰਦਾ ਕੁੱਤਾ ਜਾਗਾ, ਕਿੱਕਰ ਆਸ ਪਾਸ ਜਿਉਂ ਬਾਗਾ। ਕਹਿੰਦੇ ਬਾਗ ਦੇ ਆਲੇ ਦੁਆਲੇ ਕਿੱਕਰ ਲਾਏ ਨੇ, ਕੰਡੇ ਨੇ, ਪਰ ਅੰਦਰ ਤੇ ਅਨਾਰ ਤੇ ਸੇਬ ਤੇ ਸੰਤਰੇ ਤੇ ਕੇਲੇ ਤੇ ਵਧੀਆ ਫਲ ਨੇ, ਪਰ ਕੰਡੇ ਜ਼ਰੂਰ ਨੇ ਕਿਉਂਕਿ ਅੰਦਰਲੇ ਫਲਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ। ਲੋਹੇ ਦਾ ਜਿੰਦਾ ਬਾਹਰ ਹੈ, ਅੰਦਰ ਸੋਹਣੇ ਮਕਾਨ 'ਚ ਫਰਨੀਚਰ ਬੜਾ ਵਧੀਆ, ਗਹਿਣੇ ਬੜੇ ਨੇ, ਭਾਂਡੇ ਬੜੇ ਨੇ, ਖਾਣ ਪੀਣ ਦੇ ਸਮਾਨ ਵਧੀਆ ਪਏ ਨੇ, ਸੋਹਣਾ ਘਰ ਭਰਿਆ, ਬਾਹਰ ਲੋਹੇ ਦਾ ਤਾਲਾ ਜਾਂ ਕੁੱਤਾ ਰੱਖਿਆ ਭੌਂਕਣ ਲਈ। ਕਿਉਂ ਰੱਖਿਆ? ਅੰਦਰਲੇ ਮਾਲ ਦੀ ਸੇਫਟੀ ਹੈ। ਗੁਰੂ ਦੇ ਘਰ ਵਿੱਚ ਭਗਤੀ, ਸੇਵਾ, ਸਿਮਰਨ, ਜਪ, ਤਪ, ਨਾਮ, ਬਾਣੀ, ਪ੍ਰੇਮ, ਇਹ ਬਹੁਤ ਵੱਡੀ ਪ੍ਰਾਪਰਟੀ ਹੈ। ਇਹਦੀ ਰਾਖੀ ਲਈ ਆ ਢਾਲਾਂ, ਤਲਵਾਰਾਂ, ਬਰਛੇ, ਬੰਦੂਕਾਂ ਨੇ। ਇਹ ਸਾਰਾ ਰਾਜਸੀ ਠਾਠ ਹੈ ਕਿ ਗੁਰੂ ਦੇ ਅੰਦਰਲੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹ ਗੱਲ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਲਿਖੀ ਹੈ, ਪਰ ਉਹ ਮੂਰਖ ਕਿੱਥੇ ਸਮਝਦੇ, ਨਿੰਦਾ ਹੀ ਕਰੀ ਜਾਂਦੇ, ਨਿੰਦਾ ਹੀ ਕਰੀ ਜਾਂਦੇ। ਇਤਿਆਦਿਕ ਦੋਸ਼ਨ ਕੋ ਲਹ ਲਹ, ਮਹਾਰਾਜ ਦੇ ਉੱਤੇ ਦੋਸ਼ ਲਾਉਂਦੇ ਨੇ, ਲਾਈ ਜਾਂਦੇ ਨੇ। ਨਿੰਦ ਹੈ ਮਿਲ ਆਪਸ ਮਹਿ ਕਹਿ ਕਹਿ, ਆਪਸ 'ਚ ਬਹਿੰਦੇ ਨੇ, ਨਿੰਦਾ ਕਰਦੇ, ਜਿੱਥੇ ਬਹਿੰਦੇ ਨਿੰਦਾ ਕਰਦੇ ਨੇ। ਸੁਦਾ ਸਰੋਵਰ ਲਵਪੁਰ ਆਦ, ਸ੍ਰੀ ਅੰਮ੍ਰਿਤਸਰ ਸਾਹਿਬ, ਲਾਹੌਰ, ਜਿੰਨੇ ਪੰਜਾਬ ਦੇ ਵੱਡੇ ਸ਼ਹਿਰ ਨੇ, ਮੁਲਤਾਨ ਵਗੈਰਾ, ਕਰਤ ਜਹਾਂ ਕਹਿ ਗੁਰ ਅਪਵਾਦ। ਗੁਰੂ ਹਰਗੋਬਿੰਦ ਸਾਹਿਬ ਦੀ ਨਿੰਦਾ ਹੋ ਰਹੀ ਹੈ, ਬੜੀ ਨਿੰਦਾ ਹੋ ਰਹੀ ਹੈ। ਮੈਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਸਭ ਤੋਂ ਜ਼ਿਆਦਾ ਵਡਿਆਈ ਹੋਈ ਸ੍ਰੀ ਗੁਰੂ ਰਾਮਦਾਸ ਜੀ ਦੀ, ਤੇ ਸਭ ਤੋਂ ਜ਼ਿਆਦਾ ਨਿੰਦਾ ਹੋਈ ਗੁਰੂ ਹਰਗੋਬਿੰਦ ਸਾਹਿਬ ਦੀ। ਕੁਝ ਗੱਲਾਂ ਕੁਦਰਤੀ 10 ਪਾਤਸ਼ਾਹੀਆਂ ਵਿੱਚ ਸਮਾਨ। ਸਭ ਤੋਂ ਵੱਡੀ ਉਮਰ ਦੇ ਗੁਰੂ ਅਮਰਦਾਸ ਸਾਹਿਬ ਜੀ ਹੋਏ, ਸਭ ਤੋਂ ਛੋਟੀ ਉਮਰ ਸਤਿਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਹੋਏ। ਇਸੇ ਤਰ੍ਹਾਂ ਵੱਖਰੀਆਂ ਵੱਖਰੀਆਂ ਸਭ ਤੋਂ ਵੱਡੇ ਕੱਦ ਕਾਠ ਵਾਲੇ ਮਹਾਰਾਜ 6ਵੇਂ ਪਾਤਸ਼ਾਹ ਹੋਏ, ਸਭ ਤੋਂ ਛੋਟੇ ਕੱਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੋਏ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਗੁਰੂ ਸਾਹਿਬਾਂ ਦੇ ਬਾਰੇ ਜਨਰਲ ਨੌਲੇਜ ਵਿੱਚ ਆਉਂਦੀਆਂ ਨੇ ਗੁਰਪ੍ਰਤਾਪ 'ਚੋਂ। ਗੁਰੂ ਸਾਹਿਬ ਜੀ ਮਹਾਰਾਜ ਦੀ ਨਿੰਦਾ ਕਿੰਨੀ ਹੋ ਰਹੀ ਹੈ, ਕਹਿੰਦੇ ਪੰਜਾਬ ਹੀ ਨਹੀਂ, ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਬ ਸ਼ਿਰੋਮਣ ਗਾਦੀ ਥਿਰੇ, ਮੁੜਦੇ ਨਹੀਂ ਲੋਕ। ਕਹਿੰਦੇ ਗੱਦੀ ਬੜੀ ਵੱਡੀ ਸੀ ਗੁਰੂ ਨਾਨਕ ਦੀ, ਐਡੀ ਵੱਡੀ ਗੱਦੀ ਤੇ ਬਹਿ ਗਏ ਨੇ। ਅੰਗੀਕਾਰ ਕੋ ਕਰਮਨ ਕਰੇ, ਪਰ ਕੰਮ ਮਾੜੇ ਫੜ ਲਏ ਨੇ। ਸ਼ਿਕਾਰ ਖੇਡਣਾ ਕੋਈ ਗੁਰੂਆਂ ਦਾ ਕੰਮ ਹੈ, ਹਥਿਆਰ ਰੱਖਣੇ ਕੋਈ ਗੁਰੂਆਂ ਦਾ ਕੰਮ ਹੈ, ਘੋੜੇ ਰੱਖਣੇ, ਫੌਜਾਂ ਰੱਖਣੀਆਂ ਤੇ ਤਖਤ ਬਣਾਉਣੇ ਇਹ ਗੁਰੂਆਂ ਨੂੰ ਥੋੜਾ ਸੋਭਦਾ। ਰਾਜਨੀਤੀ ਤੋਂ ਗੁਰੂਆਂ ਨੇ ਕੀ ਲੈਣਾ? ਨਿੰਦਾ ਇਉਂ ਕਰਦੇ ਨੇ। ਸੁਨ ਹੈ ਸਿੱਖ ਜਹ ਕਹਿ ਗੁਰ ਨਿੰਦਾ, ਆਖੋ ਵਾਹਿਗੁਰੂ। ਨਿੰਦਕ ਨਿੰਦਾ ਕਰਦੇ ਨੇ, ਥਾਂ ਥਾਂ ਤੇ ਹੋ ਰਹੀ, ਤੇ ਸਿੱਖਾਂ ਨੂੰ ਸੁਣਨੀ ਪੈਂਦੀ। ਜਦੋਂ ਕੰਨਾਂ 'ਚ ਪੈਂਦੀ ਨਿੰਦਾ ਸਿੱਖਾਂ ਦੇ। ਹਾਂਜੀ, ਬਸ ਹੈ ਨਹਿ ਚਲ ਹੈ ਧਰ ਹੈ ਚਿਤ ਚਿੰਦਾ, ਵਿਚਾਰੇ ਸਿੱਖਾਂ ਦਾ ਵਸ ਨਹੀਂ ਚੱਲਦਾ। ਜਿਹੜੇ ਸ਼ਰਧਾਵਾਨ ਨੇ, ਗੁਰੂ ਦੇ ਪਿਆਰ ਕਰਨ ਵਾਲੇ, ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਉਹ ਚਿੰਤਾ ਕਰਦੇ ਨੇ ਵੀ ਇਹ ਮੂਰਖਾਂ ਨੂੰ ਕੌਣ ਸਮਝਾਵੇ, ਇਹਨਾਂ ਨੂੰ ਸਮਝ ਆਉਣੀ ਨਹੀਂ, ਇਹ ਨਿੰਦਾ ਕਰਦੇ ਨੇ। ਮਿਲ ਆਪਸ ਮਹਿ ਕਰਤ ਵਿਚਾਰੇ, ਆਪਸ ਵਿੱਚ ਵਿਚਾਰ ਕਰਦੇ ਨੇ। ਕੋਈ ਨਾ ਕਹਿ ਕਰ ਗੁਰ ਹਟਕਾਰੇ, ਕਹਿੰਦੇ ਆਪਾਂ ਗੁਰੂ ਸਾਹਿਬ ਨੂੰ ਕਹੀਏ ਵੀ ਮਹਾਰਾਜ ਇਹ ਲੀਲਾ ਬੰਦ ਕਰ ਦਿਓ, ਸਾਥੋਂ ਤੁਹਾਡੀ ਨਿੰਦਾ ਨਹੀਂ ਸੁਣੀ ਜਾਂਦੀ। ਲੋਕ ਨਿੰਦਾ ਕਰਦੇ ਨੇ ਤੇ ਸਾਡਾ ਮਨ ਦੁਖੀ ਹੁੰਦਾ ਹੈ। ਉਚਿਤ ਆਪ ਕੇ ਕਰਮ ਨਾ ਐਸੇ, ਮਹਾਰਾਜ ਨੂੰ ਬੇਨਤੀ ਕਰੀਏ ਵੀ ਇਹ ਕਰਮ ਤੁਹਾਨੂੰ ਕਰਨੇ ਠੀਕ ਨਹੀਂ। ਵਰਤ ਹੋ ਪਿਤਾ ਪਿਤਾਮਾ ਜੈਸੇ, ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਵੱਡੇ ਗੁਰੂ ਰਹੇ ਨੇ। ਸ਼ਾਂਤ ਮਾਲਾ ਫੇਰਨੀ, ਨਾਮ ਜਪਣਾ, ਲੋ ਲੰਗਰ ਚਲਾਣਾ, ਸ਼ਾਂਤਮਈ ਢੰਗ ਨਾਲ ਤੁਸੀਂ ਵੀ ਵਰਤੋ। ਕਹਾਂ ਭਇਓ ਗੁਰ ਸੁਮਤ ਨਾ ਚੀਨ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਵੀ ਤੇ ਸਿਆਣੇ ਨੇ, ਅਸੀਂ ਉਹਨਾਂ ਨੂੰ ਕਿਵੇਂ ਸਮਝਾਈਏ? ਜਿਮ ਟਾਮਨ ਤੇ ਬਸ ਕਰ ਲੀਨ, ਪਤਾ ਨਹੀਂ ਕਿਸੇ ਨੇ ਕੀ ਟੂਣਾ ਕਰ ਦਿੱਤਾ, ਕਹਿੰਦੇ ਕਿਸੇ ਨੇ ਕੀ ਜਾਦੂ ਕਰਤਾ। ਗੁਰੂ ਸਾਹਿਬ ਨੂੰ ਸਮਝ ਨਹੀਂ ਵੀ ਇਦਾਂ ਮੇਰੀ ਸਾਡੀ ਨਿੰਦਾ ਹੋ ਰਹੀ ਹੈ, ਸਾਰਾ ਪੰਥ ਦੁਖੀ ਹੈ। ਇਤਿਆਦਿਕ ਸਿੱਖਨ ਮਹਿ ਹੋਏ ਹੋ, ਸਾਧ ਸੰਗਤ ਜੀ, ਇਸ ਤਰ੍ਹਾਂ ਸਿੱਖਾਂ ਵਿੱਚ ਦੋ ਤਰ੍ਹਾਂ ਦੀਆਂ
ਇੱਕ ਤਾਂ ਉਹ ਸੀ ਜਿਹੜੇ ਸਿੱਖ ਵੀ ਕਹਾਉਂਦੇ ਸੀ, ਨਿੰਦਾ ਵੀ ਕਰਦੇ ਸੀ, ਪਰ ਦੂਜੇ ਉਹ ਸੀ ਜਿਹੜੇ ਨਿੰਦਾ ਸੁਣ ਕੇ ਵੀ ਰਾਜੀ ਨਹੀਂ ਸੀ ਪਰ ਦੁਖੀ ਹੁੰਦੇ ਸੀ। ਉਹ ਗੁਰੂ ਸਾਹਿਬ ਨੂੰ ਸਮਝਾਉਣ ਦੇ ਵਾਸਤੇ ਵੀ ਬੇਨਤੀ ਕਰੀਏ, ਮਹਾਰਾਜ ਇਹ ਕੰਮ ਜਿਹੜਾ ਹੈ ਨਾ ਸਮਾਪਤ ਕਰ ਦਿਓ। ਦੁਖਿਤ ਅਧਿਕ ਚਿਤ ਗੁਰ ਇਮ ਜੋਇਓ। ਤੇ ਗੁਰੂ ਸਾਹਿਬ ਬੜੇ ਆਨੰਦ ਵਿੱਚ ਬੇਪਰਵਾਹ ਵਿਚਰ ਰਹੇ ਸਨ। ਬਹੁਰ ਵਿਆਹ ਕੋ ਦਿਨ ਨਿਰਰਾਮੋ। ਉਧਰੋਂ ਸਾਧ ਸੰਗਤ ਜੀ ਬੀਬੀ ਬੀਰੋ ਦੇ ਵਿਆਹ ਦਾ ਦਿਨ ਨੇੜੇ ਆ ਗਿਆ। ਜੇਠ ਦੀ 26 ਤਰੀਕ ਨੂੰ ਬਰਾਤ ਆਉਣੀ ਹੈ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਨੰਦ 'ਚ ਬੈਠੇ ਨੇ। ਸਕਲ ਮਸੰਦਨ ਬਾਕ ਅਲਾਇਓ। ਸਾਰੇ ਮਸੰਦ ਇਕੱਠੇ ਹੋਏ ਤੇ ਮਸੰਦ ਗੁਰੂ ਜੀ ਕੋਲ ਆ ਕੇ ਕਹਿਣ ਲੱਗੇ, ਕੀ ਜਹ ਮੇਲ ਬੁਲਾਵਨ ਸਾਰੋ। ਮਹਾਰਾਜ ਜੀ ਮੇਲ ਨੂੰ ਬੁਲਾ ਲਓ, ਚਿੱਠੀਆਂ ਲਿਖ ਦਿਓ ਵੀ ਸਾਰਾ ਮੇਲ ਅੰਮ੍ਰਿਤਸਰ ਆ ਜਾਵੇ। ਵਿਆਹ ਦੇ ਉੱਤੇ ਪਹਿਲਾਂ ਮੇਲ ਆਉਂਦਾ ਫਿਰ ਬਰਾਤ ਆਉਂਦੀ। ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਾ ਭੇਜਾਂਗੇ ਤਾਂ ਹੀ ਆਉਣਗੇ ਸਾਰੇ ਵਿਆਹ ਤੇ। ਹਾਂਜੀ, ਕਾਜ ਮਹਾ ਕਿਮ ਹਿਰਦੇ ਵਿਸਾਰੋ। ਵੱਡਾ ਕੰਮ ਹੈ ਗੁਰੂ ਜੀ ਦੇ, ਤੁਸੀਂ ਹੱਥ ਧਰ ਕੇ ਬੈਠੇ ਹੋ, ਖਿਆਲ ਨਹੀਂ ਕੀਤਾ ਵੀ ਬੁਲਾਣੇ ਵੀ ਨੇ ਰਿਸ਼ਤੇਦਾਰ, ਸਾਰੀ ਬਰਾਦਰੀ ਸਾਰੇ ਭਾਈਚਾਰੇ ਨੂੰ ਸੱਦਣਾ। ਮਹਾਰਾਜ ਜੀ ਵਿਆਹ ਦੀਆਂ ਚਿੱਠੀਆਂ ਲਿਖੀਏ, ਬੁਲਾਈਏ ਸਾਰੇ ਨਾਨਕੇ, ਸਾਰੇ ਹੋਰ ਰਿਸ਼ਤੇਦਾਰ ਉਹ ਆਉਣੇ ਚਾਹੀਦੇ ਨੇ ਵਿਆਹ ਦੇ ਵਿੱਚ। ਕਰੋ ਕਰਾਹੇ ਅਬ ਹੈ ਚਰਾਵਨ। ਮਹਾਰਾਜ ਹਲਵਾਈਆਂ ਨੂੰ ਕਹੋ ਵੀ ਲੰਗਰ, ਮਠਿਆਈਆਂ, ਜਲੇਬੀਆਂ, ਲੱਡੂ, ਹੋਰ ਜਿਹੜੇ ਵਿਆਹ ਦੇ ਵਿੱਚ ਪਕਵਾਨ ਬਣਾਉਣੇ ਨੇ ਉਹ ਵੀ ਤਿਆਰ ਕਰਨ। ਛੇਤੀ ਆ ਗਿਆ ਵਿਆਹ ਤਾਂ ਥੋੜੇ ਦਿਨਾਂ ਨੂੰ ਮਹਾਰਾਜ ਨੇੜੇ ਆ ਰਹੀ ਹੈ 26 ਤਰੀਕ ਜੇਠ ਦੀ। ਆਇਸ ਦੇਹੋ ਪਕਵਾਨ ਪਕਾਵਨ। ਆਗਿਆ ਦਿਓ ਵੀ ਜਿਹੜੇ ਹਲਵਾਈ ਨੇ ਉਹ ਚੁੱਲ੍ਹੇ ਤੇ ਆਪਣਾ ਪਕਵਾਨ ਮਠਿਆਈਆਂ ਤਿਆਰ ਕਰਨ ਹੁਣ ਸ਼ੁਰੂ ਕਰ ਦੇਣ। ਆਗਿਆ ਗੰਗਾ ਮਾਤ ਸੁਜਾਨਾ। ਅੱਗੇ ਤੇ ਮਾਤਾ ਜੀ ਸਨ, ਮਾਤਾ ਗੰਗਾ ਜੀ ਤੁਹਾਡੇ, ਉਹ ਸਾਰਾ ਕੁਝ ਆਪੇ ਕਰ ਕਰਾ ਲੈਂਦੇ ਸੀ। ਹੁਣ ਮਾਤਾ ਜੀ ਤੋਂ ਬਿਨਾਂ ਤੁਹਾਨੂੰ ਹੀ ਮਹਾਰਾਜ ਸਾਰਾ ਕੁਝ ਦੇਖਣਾ ਪੈਣਾ। ਹੁਣ ਵੱਡੇ ਤੁਸੀਂ ਹੋ ਇਸ ਘਰ ਦੇ ਵਿੱਚ। ਕਾਜ ਸੰਭਾਰਤ ਜਿਤਕ ਮਹਾਨਾ। ਮਾਤਾ ਜੀ ਦੇ ਹੁੰਦਿਆਂ ਤੁਹਾਨੂੰ ਕੋਈ ਫਿਕਰ ਨਹੀਂ ਸੀ, ਸਾਨੂੰ ਕੋਈ ਫਿਕਰ ਨਹੀਂ। ਮਾਤਾ ਦੱਸੀ ਜਾਂਦੀ ਸੀ, ਅਸੀਂ ਕਰੀ ਜਾਂਦੇ ਸੀ। ਹੁਣ ਸਾਰਾ ਕੰਮ ਗੁਰੂ ਜੀ ਤੁਹਾਨੂੰ ਦੱਸਣਾ ਪੈਣਾ ਤੇ ਸਾਨੂੰ ਕਰਨਾ ਪੈਣਾ। ਜਥਾ ਜੋਗ ਮੰਗਲ ਕਰਵਾਵਤ। ਜਿਵੇਂ ਮਾਤਾ ਕਰਾਂਦੀ ਸੀ, ਖੁਸ਼ੀਆਂ ਨਾਲ ਸਾਰੇ ਕੰਮ ਹੋ ਜਾਂਦੇ ਸੀ। ਆਇਸ ਦੇਤੇ ਨੀਕ ਬਨਾਵਤ। ਮਾਤਾ ਜੀ ਆਗਿਆ ਦਿੰਦੇ ਹੁੰਦੇ ਸੀ ਤੇ ਅਸੀਂ ਬਣਾ ਲੈਂਦੇ ਸੀ ਸਾਰਾ ਕੁਝ। ਅਬ ਤਾਂ ਰਾਵਰ ਕੇ ਇਖਤਿਆਰ। ਹੁਣ ਤਾਂ ਮਹਾਰਾਜ ਸਿਰਫ ਤੁਹਾਡੇ ਕੋਲ ਹੀ ਹੈ ਨਾ, ਹੁਣ ਤੁਸੀਂ ਵੱਡੇ ਹੋ ਤੇ ਹੁਣ ਸਾਰਾ ਕੁਝ ਤੁਸੀਂ ਕਰਨਾ। ਕਿ ਮਾਤਾ ਜੀ ਤਾਂ ਜੋਤੀ ਜੋ ਸਮਾ ਗਏ ਨੇ, ਮਾਤਾ ਗੰਗਾ ਜੀ। ਕਰਵਾਵੋ ਸਭ ਕਾਰਜ ਤਿਆਰ। ਛੇਵੇਂ ਪਾਤਸ਼ਾਹ ਨੂੰ ਮਸੰਦ ਕਹਿੰਦੇ, ਮਹਾਰਾਜ ਆਪ ਸਾਰਾ ਕੁਝ ਤਿਆਰੀ ਕਰਵਾਓ, ਵਿਆਹ ਦੇ ਦਾ ਦਿਨ ਬਾਹਲਾ ਹੀ ਨੇੜੇ ਆ ਰਿਹਾ, ਬਰਾਤ ਆਉਣ ਵਾਲੀ ਹੈ। ਸੁਨ ਗੁਰ ਕਿਤਕ ਕਾਲ ਨਹਿ ਕਹਿਓ। ਉਹ ਮਸੰਦ ਕਹੀ ਜਾਂਦੇ ਮਹਾਰਾਜ ਚੁੱਪ ਕਰਕੇ ਬੈਠੇ, ਜਿਵੇਂ ਸੁਣਦੇ ਹੀ ਨਹੀਂ ਪਏ। ਕੁਝ ਸਮਾਂ ਉਹ ਵਿਚਾਰੇ ਕਹਿ ਕੇ ਚੁੱਪ ਕਰਕੇ, ਗੁਰੂ ਜੀ ਬੋਲੇ ਹੀ ਨਹੀਂ। ਹਾਂਜੀ, ਆਗੇ ਬਿਗਨ ਹੋਣ ਕੋ ਲਹਿਓ। ਕਿਉਂਕਿ ਜਾਣਦੇ ਸਨ ਵੀ ਵਿਆਹ ਕਿੱਦਾਂ ਦਾ ਹੋਣਾ। ਵਿਆਹ ਦੇ ਵਿੱਚ ਤਾਂ ਜੰਗ ਹੋਣਾ ਤੇ ਵਿਆਹ ਦੇ ਇੱਥੇ ਕਿਹਨੂੰ ਮੇਲ 'ਚ ਬੁਲਾਵਾਂਗੇ ਤੇ ਕਿਹਨੂੰ ਇੱਥੇ ਲੱਡੂ ਖਿਲਾਵਾਂਗੇ। ਇੱਥੇ ਤਾਂ ਪਤਾ ਨਹੀਂ ਕੀ ਕੁਛ ਹੋਣਾ, ਖੂਨ ਖਰਾਬਾ ਹੋਣਾ, ਜੰਗ ਹੋਣਾ। ਜਾਣਦੇ ਸੀ ਮਹਾਰਾਜ ਅੰਤਰਜਾਮੀ, ਇਸ ਕਰਕੇ ਮਸੰਦਾਂ ਨੂੰ ਨਹੀਂ ਕੁਝ ਦੱਸਿਆ, ਚੁੱਪ ਕਰਕੇ ਬੈਠੇ ਰਹੇ। ਮੌਨ ਠਾਨ ਕਰ ਬੈਠੇ ਸੁਆਮੀ। ਚੁੱਪ ਕਰਕੇ ਬੈਠੇ ਰਹੇ ਮੌਨ ਧਾਰ ਕੇ। ਕੁਛ ਨਾ ਬਖਾਨਿਓ ਅੰਤਰਜਾਮੀ। ਮੇਰੇ ਸਤਿਗੁਰੂ ਅੰਤਰਜਾਮੀ ਕੁਛ ਨਹੀਂ ਬੋਲੇ। ਇੱਕ ਸੁਭਾਵ ਕੋ ਸਭ ਬਿਸਮਾਏ। ਗੁਰੂ ਦਾ ਇਹ ਸੁਭਾਅ ਵੇਖ ਕੇ ਸਾਰੇ ਹੈਰਾਨ ਹੋਏ ਵੀ ਕਿੱਦਾਂ ਦਾ ਸੁਭਾਅ ਹੋ ਗਿਆ, ਕਿੱਦਾਂ ਦਾ ਨੇਚਰ ਹੋ ਗਿਆ। ਅਸੀਂ ਕਹਿੰਦੇ ਆ ਵੀ ਵਿਆਹ ਦੀ ਤਿਆਰੀ ਕਰੋ, ਕੋਈ ਬੋਲਦੇ ਹੀ ਨਹੀਂ। ਹਾਂਜੀ, ਕਹਾਂ ਗੁਰੂ ਗਤ ਲਖੀ ਨਾ ਜਾਏ। ਮਸੰਦ ਆਪਸ ਚ ਗੱਲਾਂ ਕਰਦੇ, ਪਤਾ ਨਹੀਂ ਕੀ ਦਿਲ ਵਿੱਚ ਚੱਲ ਰਹੀ ਹੈ ਮਹਾਰਾਜ ਦੇ, ਇਹਨਾਂ ਦੀ ਗਾਤੇ ਹੀ ਜਾਣਦੇ ਨੇ। ਬਹਰੋ ਮੰਦਰ ਜਾਏ ਪ੍ਰਵੇਸ਼। ਮਹਾਰਾਜ ਨੇ ਮਸੰਦਾਂ ਨੂੰ ਹਾਂ ਨਾ ਕੁਛ ਨਹੀਂ, ਹੂੰ ਹਾਂ ਕੁਛ ਨਹੀਂ ਕੀਤੀ। ਉੱਠ ਕੇ ਅੰਦਰ ਆਪਣੇ ਮਹਿਲਾਂ 'ਚ ਜਾ ਬੈਠੇ। ਫਿਰ ਪ੍ਰਿਯੰਕ ਪਰ ਜਬ ਹੂੰ ਬੈਸੇ। ਜਦੋਂ ਪਲੰਗ ਤੇ ਜਾ ਕੇ ਬੈਠ ਗਏ, ਤਬ ਦਾਮੋਦਰੀ ਚੱਲ ਕਰ ਆਈ। ਤਾਂ ਮਾਤਾ ਦਮੋਦਰੀ ਜੀ ਗੁਰੂ ਸਾਹਿਬ ਦੇ ਵੱਡੇ ਮਹਿਲ ਚੱਲ ਕੇ ਆਏ। ਸੁਤਾ ਵਿਆਹ ਕੀ ਗੱਥ ਸਮਝਾਈ। ਉਹ ਮਹਾਰਾਜ ਨੂੰ ਕਹਿਣ ਲੱਗੀ, ਮਹਾਰਾਜ ਵਿਆਹ ਬੇਟੀ ਆਪਣੀ ਦਾ ਬਹੁਤ ਨੇੜੇ ਆ ਗਿਆ, ਦਿਨ ਥੋੜੇ ਰਹਿ ਗਏ ਨੇ। ਕਿਉਂ ਨਾ ਕਰਾਵਤ ਹੋ ਸਭ ਆਹਰ। ਮਹਾਰਾਜ ਵਿਆਹ ਦੀ ਤਿਆਰੀ ਕਿਉਂ ਨਹੀਂ ਕਰਾਉਂਦੇ? ਹਲਵਾਈ ਵੀ ਬਿਠਾਓ, ਕੋਈ ਦਰਜੀ ਲਾਓ, ਕੋਈ ਗਹਿਣੇ ਕਵਟੇ ਬਣਾਓ, ਕੱਪੜਾ ਲੱਤਾ ਬਣਾਓ, ਸਾਰੀ ਤਿਆਰੀ ਵਿਆਹ ਦੀ ਕਰਨੀ ਪੈਣੀ ਹੈ। ਕਾਜ ਵਿਸਾਲ ਬਿਦਤ ਭਾ ਜ਼ਾਹਰ। ਕੰਮ ਬਹੁਤ ਵੱਡਾ ਹੈ ਤੇ ਕਿਰਪਾ ਕਰਕੇ ਮਹਾਰਾਜ ਜੀ
ਹੁਣ ਤਿਆਰੀ ਕਰਾਓ। ਆਪ ਜੀ ਹੱਥ ਧਰ ਕੇ ਬੈਠੇ ਹੋ, ਵਿਆਹ ਦਾ ਦਿਨ ਨੇੜੇ ਆ ਰਿਹਾ ਹੈ। ਅਬ ਹੈ ਕਰਾਹੇ ਕਹਿ ਚਰਵਾਵੋ। ਵਾਹ, ਵਿਆਹ ਦੇ ਕੜਾਏ ਚੜਾ ਦਿਓ, ਹਲਵਾਈਆਂ ਨੂੰ ਕਹੋ ਮਠਿਆਈਆਂ ਬਣਾ ਲੈਣ। ਜਿਤ ਕਿਤ ਤੇ ਸਭ ਮੇਲ ਬੁਲਾਵੋ। ਤੋ ਮੇਲ ਨੂੰ ਬੁਲਾ ਲਓ। ਇਸ ਤਰ੍ਹਾਂ ਮਾਤਾ ਜੀ ਕਹਿੰਦੇ ਆ ਤੇ ਮਹਾਰਾਜ ਅੱਗੋਂ ਕੀ ਜਵਾਬ ਦੇਣਗੇ ਤੇ ਕੀ ਲੀਲਾ ਕਰਨਗੇ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।